ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਿੱਖ ਮਿਸ਼ਨ ਕਾਲਜ ਵੱਲੋਂ ਚੱਲ ਰਹੀ ਇਹ ਰੋਜ਼ਾਨਾ ਗੁਰਮਤਿ ਕਲਾਸ, ਜਿਸ ਵਿੱਚ ਹਰ ਸ਼ਨੀਵਾਰ ਅਸੀਂ ਕਿਸੇ ਨਾ ਕਿਸੇ ਅਹਿਮ ਵਿਸ਼ੇ ਦੇ ਉੱਤੇ ਵਿਚਾਰਾਂ ਕਰਦੇ ਹਾਂ ਔਰ ਅਸੀਂ ਇਸ ਵਿਸ਼ੇ ਨੂੰ ਨਿਭਾਉਣ ਲਈ ਬਾਹਰੋਂ ਵਿਦਵਾਨਾਂ ਨੂੰ ਸੱਦਾ ਦਿੰਦੇ ਹਾਂ। ਅੱਜ ਸਾਡੇ ਨਾਲ ਸਰਦਾਰ ਗੁਰਸ਼ਨ ਸਿੰਘ ਜੀ ਚੰਡੀਗੜ੍ਹ ਸ਼ਾਮਲ ਹਨ, ਜਿਨ੍ਹਾਂ ਵਿਸ਼ੇ ਸਾਡੇ ਨਾਲ ਸਾਂਝਾ ਕਰਨਾ ਹੈ ਤਾਂ ਕੌਮਾਂ ਅਤੇ ਸੰਸਥਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਇੱਕ ਖਾਸ ਕਰਕੇ ਜਿਹੜੀਆਂ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਸੰਸਥਾਵਾਂ ਹਨ, ਉਹਨਾਂ ਲਈ ਇੱਕ ਅਹਿਮ ਵਿਸ਼ਾ ਹੈ। ਗੁਰਦੁਆਰਾ ਸਾਹਿਬ ਉਹਨਾਂ ਲਈ ਵੀ ਅਹਿਮ ਵਿਸ਼ਾ ਹੈ ਔਰ ਜਿਹੜੇ ਧਰਮ ਨੂੰ ਮੰਨਣ ਵਾਲੇ ਹਨ ਉਹਨਾਂ ਲਈ ਵੀ ਇੱਕ ਅਹਿਮ ਵਿਸ਼ਾ ਹੈ ਵੀ ਉਹਨਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਧਰਮ ਸਾਡਾ ਵਿਕਾਸ ਕਿਵੇਂ ਕਰਦਾ ਹੈ, ਕੌਮਾਂ ਕਿਵੇਂ ਵਿਕਾਸ ਕਰਦੀਆਂ ਨੇ, ਸੰਸਥਾਵਾਂ ਦਾ ਵਿਕਾਸ ਕਿਵੇਂ ਹੁੰਦਾ। ਇੱਕ ਵਿਸ਼ੇ ਦੇ ਉੱਤੇ ਅੱਜ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਵੀਰ ਗੁਰਸ਼ਨ ਸਿੰਘ ਜੀ ਚੰਡੀਗੜ੍ਹ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਆਪਣੇ ਅੱਜ ਦੀ ਸਲਾਈਡ ਪ੍ਰੈਜੈਂਟੇਸ਼ਨ ਰਾਹੀਂ ਸਾਨੂੰ ਇਸ ਵਿਸ਼ੇ ਦੇ ਉੱਤੇ ਕੌਮਾਂ, ਸੰਸਥਾਵਾਂ ਤੇ ਧਰਮ ਦਾ ਵਿਕਾਸ ਕਿਵੇਂ ਹੁੰਦਾ ਹੈ ਚਾਹ ਵੀਰ ਗੁਰਸ਼ਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਾਰੇ ਫਤਿਹ ਨਾਲ ਸਾਂਝ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਆਪਾਂ ਵਿਸ਼ਾ ਧਰਮ, ਕੌਮ, ਸੰਸਥਾ ਦੀ ਗੱਲ ਕਰ ਰਹੇ ਹਾਂ, ਲੇਕਿਨ ਕਿਉਂਕਿ ਇਹਦੇ ਨਾਲ ਅਸੀਂ ਸਾਰੇ ਵੀ ਜੁੜੇ ਹਾਂ, ਮਨੁੱਖ ਵੀ ਜੁੜਿਆ ਰਹਿੰਦਾ ਤੇ ਮੇਰਾ ਮੰਨਣਾ ਇਹ ਹੈ ਵੀ ਵਿਅਕਤੀਗਤ ਰੂਪ ਤੇ ਵੀ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਹ ਵੀ ਇਹਦੇ ਨਾਲ ਜੁੜੀ ਹੋਈ ਹੈ। ਜੇਕਰ ਆਪਾਂ ਸਾਰੀ ਪੰਥ ਲਈ ਦਰਦ ਰੱਖਣ ਵਾਲੇ ਵੀਰ ਭੈਣ ਜਿੰਨੇ ਵੀ ਇਸ ਟਾਈਮ ਪਾਰਟਿਸਿਪੇਟ ਕਰ ਰਹੇ ਹਨ, ਜਦੋਂ ਆਪਾਂ ਪਿੱਛੇ ਜਾਂਦੇ ਹਾਂ ਤੇ ਮੈਨੂੰ ਯਾਦ ਹੈ ਕਿ 30 ਸਾਲ ਪਹਿਲਾਂ ਮੈਂ ਜਿਹੜੀ ਕਾਲਜ ਦੀ ਕਿਤਾਬ ਪੰਥ ਦਰਦੀਓ ਕੁਛ ਕਰੋ ਪੜ੍ਹੀ ਸੀਗੀ ਤੇ ਬਹੁਤ ਉਪਰਾਲੇ ਸਾਰੀ ਸੰਸਥਾਵਾਂ ਵੱਲੋਂ ਹੋ ਰਹੇ ਨੇ, ਹੁੰਦੇ ਰਹੇ ਨੇ। ਮੈਨੂੰ ਲੱਗਦਾ ਵੀ ਫਿਰ ਵੀ ਉਹੀ ਗੱਲ ਅੱਜ ਵੀ ਸ਼ਾਇਦ ਹਰੇਕ ਦੇ ਹਿਰਦੇ ਵਿੱਚ ਹੋਏਗੀ ਕਿ ਪੰਥ ਦਰਦੀਆਂ ਨੂੰ ਕੁਝ ਕਰਨਾ ਚਾਹੀਦਾ ਹੈ ਅਜੋਕੇ ਹਾਲਾਤ ਨੂੰ ਮੁੱਖ ਰੱਖਦੇ ਹੋਏ। ਅੱਜ ਜਿਹੜਾ ਵਿਸ਼ਾ ਹੈ, ਮੈਂ ਇਹ ਕਹਾਂਗਾ ਕਿ ਉਹ ਇੱਕ ਤਰ੍ਹਾਂ ਦਾ ਕਰਟਨ ਰੇਜ਼ਰ ਹੀ ਹੈ। ਮੈਂ ਸਿਰਫ ਕੁਝ ਇਹਦੇ ਬਾਰੇ ਸਾਰਿਆਂ ਦੇ ਮਨਾਂ ਵਿੱਚ ਕੁਝ ਹੋਰ ਸਵਾਲ, ਕੁਝ ਹੋਰ ਦਿਲਚਸਪੀ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਅਸੀਂ ਆਪਣੇ ਆਪਣੇ ਤੌਰ ਤੇ ਇਸ ਵਿਸ਼ੇ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਨੇੜੇ ਹੋ ਕੇ ਵਾਚਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਮੇਰੇ ਹਿਸਾਬ ਨਾਲ ਇਹ ਬਹੁਤ ਹੀ ਅਹਿਮ ਵਿਸ਼ਾ ਹੈ ਸਮੁੱਚੇ ਸਿੱਖ ਪੰਥ ਲਈ ਤੇ ਖਾਸ ਕਰਕੇ ਜਿਹੜੇ ਵੀਰ ਭੈਣ ਨੌਜਵਾਨ ਇਸ ਟਾਈਮ ਪੰਥ ਪ੍ਰਚਾਰ ਦੇ ਵਿੱਚ, ਗੁਰਮਤਿ ਵਿਚਾਰ ਪ੍ਰਚਾਰ ਦੇ ਵਿੱਚ, ਗੁਰਬਾਣੀ ਦੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਸਾਰਿਆਂ ਲਈ ਇਹ ਬਹੁਤ ਹੀ ਅਹਿਮ ਵਿਸ਼ਾ ਹੈ। ਮੈਂ ਤਾਂ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਕਰਾਂਗਾ ਕਿ ਜੋ ਗੱਲ ਮੈਨੂੰ ਸਮਝ ਆਈ ਉਹਨੂੰ ਮੈਂ ਆਪ ਜੀ ਨਾਲ ਸਾਂਝ ਕਰਨ ਦੀ ਕੋਸ਼ਿਸ਼ ਕਰਾਂ। ਤੇ ਜਦੋਂ ਆਪਾਂ ਇਤਿਹਾਸ ਵੱਲ ਝਾਤ ਮਾਰੀਏ ਤੇ ਆਪਾਂ ਸਾਰੇ ਨਤਮਸਤਕ ਹੁੰਨੇ ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਔਰ ਖਾਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਆਪਣੇ ਜੀਵਨ ਕਾਲ ਵਿੱਚ ਕਰ ਗਏ, ਉਹ ਸ਼ਾਇਦ ਸਾਡੇ ਲਈ ਇੱਕ ਬਹੁਤ ਦੋਨੋਂ ਚਾਨਣ ਮੁਨਾਰੇ ਨੇ। ਇੱਕ ਗੁਰੂ ਨਾਨਕ ਸਾਹਿਬ ਦੇ ਕੀਤੇ ਹੋਏ ਉਪਰਾਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਇਹਨਾਂ ਦੋਨਾਂ ਦੇ ਨਾਲ ਜੁੜਿਆ ਹੋਇਆ ਇਹ ਵਿਸ਼ਾ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹਾਂ ਦੀ ਉਪਰਾਲਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਤੇ ਮੈਨੂੰ ਐਵੇਂ ਲੱਗ ਰਿਹਾ ਸੀਗਾ ਕਿ ਇਹ ਵਿਸ਼ਾ ਉਹਦੇ ਨਾਲ ਥੋੜਾ ਜਿਹਾ ਜ਼ਿਆਦਾ ਕਲੀਅਰ ਹੋਏਗਾ। ਵੈਸੇ ਤਾਂ ਜਦੋਂ ਵੀ ਅਸੀਂ ਕਿਸੇ ਸੰਸਥਾ, ਕਿਸੇ ਕੌਮ
ਜਾਂ ਮਨੁੱਖ ਦੀ ਵੀ ਗੱਲ ਕਰੀਏ, ਜਦੋਂ ਆਪਾਂ ਵਿਕਾਸ ਦੀ ਗੱਲ ਕਰਦੇ ਹਾਂ ਤੇ ਉਹਦਾ ਦੋ ਚੀਜ਼ਾਂ ਨਾਲ ਹਮੇਸ਼ਾ ਤਾਲੁਕ ਹੁੰਦਾ ਹੈ। ਪਹਿਲਾਂ ਅੱਜ ਕਿੱਥੇ ਖੜੇ ਹਾਂ ਅਸੀਂ, ਤੇ ਦੂਸਰਾ ਅਸੀਂ ਪਹੁੰਚਣਾ ਕਿੱਥੇ ਹੈ। ਫਿਰ ਬੇਨਤੀ ਕਰ ਦਵਾਂ, ਜਦੋਂ ਵੀ ਪ੍ਰੋਗਰੈਸ ਦੀ ਗੱਲ ਹੁੰਦੀ ਹੈ, ਵਿਕਾਸ ਦੀ ਗੱਲ ਹੁੰਦੀ ਹੈ, ਤੇ ਉਹਦੇ 'ਚ ਦੋ ਅਹਿਮ ਚੀਜ਼ਾਂ ਨੇ। ਪਹਿਲਾਂ ਅੱਜ ਕਿੱਥੇ ਖੜੇ ਹਾਂ, ਤੇ ਦੂਜਾ ਅਸੀਂ ਕਿੱਥੇ ਅੱਪੜਨਾ ਚਾਹੁੰਦੇ ਹਾਂ, ਕਿੱਥੇ ਪਹੁੰਚਣਾ ਚਾਹੁੰਦੇ ਹਾਂ। ਜਿੱਥੇ ਅੱਜ ਖੜੇ ਹਾਂ, ਸ਼ਾਇਦ ਜਿੰਨੀਆਂ ਮੁਸ਼ਕਿਲਾਂ ਇਸ ਟਾਈਮ ਪੰਥ ਦੇ ਸਾਹਮਣੇ ਨੇ, ਸਮਾਜ ਦੇ ਸਾਹਮਣੇ ਨੇ, ਦੁਨੀਆ ਦੇ ਸਾਹਮਣੇ ਨੇ, ਉਹ ਸਾਡਾ ਵਰਤਮਾਨ ਹੈ ਜਿਹਦੇ 'ਚ ਅੱਜ ਅਸੀਂ ਵਿਚਰ ਰਹੇ ਹਾਂ। ਲੇਕਿਨ ਹਰ ਇਨਸਾਨ ਦੀ, ਹਰ ਸਿੱਖ ਦੀ ਇਹ ਚਾਹਤ ਹੈ ਕਿ ਉਹ ਸੁਨਹਿਰੇ ਭਵਿੱਖ ਵੱਲ ਤੁਰੇ, ਕਿਉਂਕਿ ਇਹ ਇਕਲੌਤੀ ਜ਼ਿੰਦਗੀ, ਇਹ ਬਹੁਤ ਕੀਮਤੀ ਜ਼ਿੰਦਗੀ ਅਜਾਈ ਨਾ ਚਲੀ ਜਾਏ। ਅਸੀਂ ਆਪਣੇ ਭਵਿੱਖ ਨੂੰ, ਆਪਣੇ ਕੌਮ ਦੇ ਭਵਿੱਖ ਨੂੰ, ਆਪਣੇ ਬੱਚਿਆਂ ਦੇ ਭਵਿੱਖ ਨੂੰ ਮਿਲ ਜੁਲ ਕੇ ਪਹਿਲਾਂ ਨਾਲੋਂ ਚੰਗਾ ਬਣਾ ਸਕੀਏ। ਤੇ ਡਿਟੇਲ 'ਚ ਆਪਾਂ ਫਿਲਹਾਲ ਵਰਤਮਾਨ ਮੁਸ਼ਕਲਾਂ ਦੇ ਵਿੱਚ ਨਾ ਜਾਈਏ, ਲੇਕਿਨ ਆਪਣੇ ਆਪਣੇ ਤੌਰ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਪੰਥ ਨੂੰ ਦਰਪੇਸ਼, ਕੌਮ ਨੂੰ ਦਰਪੇਸ਼, ਸੰਸਾਰ ਨੂੰ ਦਰਪੇਸ਼ ਹਰ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਬਹੁਤ ਨੇ, ਔਰ ਉਹਨਾਂ ਦੇ ਵਿੱਚੋਂ ਲੰਘੇ, ਉਹਨਾਂ ਨੂੰ ਫੇਸ ਕੀਤੇ ਬਿਨਾ, ਉਹਨਾਂ ਦਾ ਜਦ ਤੱਕ ਅਸੀਂ ਕੋਈ ਸੋਲੂਸ਼ਨ ਨਹੀਂ ਲੱਭਦੇ ਤਦ ਤੱਕ ਸਾਡੀ ਤਰੱਕੀ, ਕੌਮ ਦੀ ਤਰੱਕੀ, ਪੰਥ ਦੀ ਤਰੱਕੀ ਨਹੀਂ ਹੋਏਗੀ। ਤੇ ਇਹ ਦੋ ਗੱਲਾਂ ਕਰਦਾ ਹੋਇਆ ਮੈਂ ਆਪ ਜੀ ਨਾਲ ਅੱਗੇ ਤੁਰਦਾ ਹਾਂ। ਦੋ ਤਰ੍ਹਾਂ ਦੇ ਉਪਰਾਲੇ ਹੋ ਸਕਦੇ ਨੇ, ਕੌਮ ਦੀ, ਪੰਥ ਦੀ, ਆਰਗੇਨਾਈਜੇਸ਼ਨ ਦੀ, ਸੰਸਥਾ ਦੀ ਬਿਹਤਰੀ ਲਈ ਜਾਂ ਸਾਡੇ ਆਪਣੇ ਜੀਵਨ ਦੀ ਬਿਹਤਰੀ ਲਈ। ਇੱਕ ਨੂੰ ਕਹਿੰਦੇ ਆ ਤਤਕਾਲੀਨ, ਬਈ ਹੁਣੀ ਕੁਝ ਹੋਇਆ, ਅੱਗ ਲੱਗੀ ਤੇ ਬੁਝਾਣੀ ਪਏਗੀ। ਤੇ ਦੂਸਰਾ ਹੁੰਦਾ ਹੈ ਦੀਰਘਕਾਲੀਨ, ਬਈ ਜਿਹਦਾ ਅਸਰ ਆਉਣ ਵਾਲੇ ਟਾਈਮ 'ਚ ਵੀ ਹੁੰਦਾ ਰਹੇ। ਅੱਜ ਹੀ ਨਾ ਅਸੀਂ ਮੁਸ਼ਕਲ ਦੇ ਨਾਲ ਨਾ ਭਿੜਦੇ ਰਹੀਏ, ਬਟ ਕੋਈ ਇਹੋ ਜਿਹਾ ਹੱਲ ਲੱਭੀਏ ਵੀ ਮੁਸ਼ਕਲ ਤਾਂ ਖਤਮ ਹੋ ਜਾਏ, ਨਾਲ ਦੀ ਨਾਲ ਸਾਡਾ ਭਵਿੱਖ ਜਿਹੜਾ ਹੈ ਉਹ ਵਧੀਆ ਬਣ ਜਾਏ, ਸੁਨਹਿਰਾ ਬਣ ਜਾਏ। ਇਸ ਅਪਰੋਚ ਨੂੰ, ਦੋ ਤਰ੍ਹਾਂ ਦੀ ਅਪਰੋਚ ਨੂੰ ਆਮ ਤੌਰ ਤੇ ਆਪਾਂ ਰਿਐਕਸ਼ਨ ਜਾਂ ਰਿਸਪੌਂਸ ਦੀ ਗੱਲ ਕਰ ਸਕਦੇ ਹਾਂ। ਜੇਕਰ ਆਪਾਂ ਝਾਤ ਮਾਰੀਏ ਪੰਥ ਵੱਲ ਕੀਤੇ ਜਾ ਰਹੇ ਉਪਰਾਲਿਆਂ ਤੋਂ ਆਮ ਤੌਰ ਤੇ ਸਾਡੇ ਜਿੰਨੇ ਵੀ ਉਪਰਾਲੇ ਨੇ ਉਹ ਫੌਰੀ ਤੌਰ ਤੇ ਨੇ, ਤਤਕਾਲੀਨ ਨੇ, ਰਿਐਕਸ਼ਨਰੀ ਨੇ। ਸਮਾਜ 'ਚ ਕੁਝ ਹੋਇਆ ਤੇ ਅਸੀਂ ਸਾਰੇ ਰਿਐਕਸ਼ਨ ਕਰਦੇ ਹਾਂ, ਅਸੀਂ ਉਹਦੇ ਲਈ ਕੁਝ ਉਪਰਾਲਾ ਕਰਦੇ ਹਾਂ। ਕੌਮ ਦੇ ਵਿੱਚ ਕੁਝ ਹੋਇਆ, ਉਹਦੇ ਲਈ ਉਪਰਾਲਾ ਕਰਦੇ ਹਾਂ। ਕਿਸੇ ਸੰਸਥਾ ਦੇ ਵਿੱਚ ਕੁਝ ਹੋਇਆ, ਇਮੀਡੀਏਟਲੀ ਜੋ ਕੁਝ ਹੁੰਦਾ ਹੈ ਅਸੀਂ ਉਹਦੇ ਲਈ ਉਪਰਾਲਾ ਕਰਦੇ ਹਾਂ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਨਹੀਂ ਕੀਤਾ, 10 ਸਾਹਿਬਾਨਾਂ ਨੇ ਐਸਾ ਨਹੀਂ ਕੀਤਾ। ਉਹਨਾਂ ਨੇ ਲੰਬੀ ਦੂਰੀ ਦੀ ਸੋਚ ਨੂੰ ਰੱਖਦੇ ਹੋਏ, ਭਵਿੱਖ ਦੀ ਲੰਬੀ ਸੋਚ ਨੂੰ ਰੱਖਦੇ ਹੋਏ ਕੰਮ ਕੀਤਾ। ਤੇ ਵੈਸੇ ਤਾਂ ਜੀ ਜੇ ਆਪਾਂ ਕਹੀਏ, ਗੁਰਬਾਣੀ ਦੋ ਤਰ੍ਹਾਂ ਦੇ ਜ਼ਿਕਰ ਕਰਦੀ ਹੈ। ਇੱਕ ਆਪ ਜੀ ਸਾਰੇ ਜਾਣਦੇ ਹੋ, ਮਨਮੁਖੀ ਜੀਵਨ, ਤੇ ਇੱਕ ਗੁਰਮੁਖ ਦਾ ਜੀਵਨ। ਮੈਂ ਇਹਨੂੰ ਅੱਜ ਉਸ ਪੁਆਇੰਟ ਆਫ ਵਿਊ ਨਾਲ ਨਹੀਂ ਲੈ ਰਿਹਾ ਕਿ ਗੁਰਮੁਖ ਦੇ ਜੀਵਨ 'ਚ ਕੀ ਹੁੰਦਾ ਹੈ ਜਾਂ ਮਨਮੁਖ ਦੇ ਜੀਵਨ 'ਚ ਕੀ ਹੁੰਦਾ ਹੈ, ਕਿਉਂਕਿ ਇਹੀ ਜਿਹੀਆਂ ਦੋਨੋਂ ਚੀਜ਼ਾਂ ਸਾਡੇ ਨਾਲ ਆਪਣੇ ਜੀਵਨ 'ਚ ਵਾਪਰਦੀਆਂ ਰਹਿੰਦੀਆਂ। ਜਦੋਂ ਅਸੀਂ ਗੁਰੂ ਸਾਹਿਬ ਦੀ ਅਗਵਾਈ ਦੇ ਮੁਤਾਬਿਕ ਚੱਲਦੇ ਹਾਂ ਤੇ ਕੁਝ ਕੰਮ ਇਹੋ ਜਿਹੇ ਵੀ ਕਰ ਲੈਂਦੇ ਹਾਂ ਜਿਹੜੇ ਅਸੀਂ ਮਨ ਕਹਿੰਦਾ ਹੈ। ਲੇਕਿਨ ਦੋਹਾਂ ਦੇ ਤਰੀਕੇ 'ਚ ਬੜਾ ਫਰਕ ਹੈ। ਔਰ ਇੱਕ ਜਿਹੜਾ ਗੁਰੂ ਸਾਹਿਬ ਵਾਲਾ ਤਰੀਕਾ ਹੈ, ਜਿਹੜਾ ਗੁਰਬਾਣੀ ਵਾਲਾ ਤਰੀਕਾ ਹੈ, ਉਹ ਹੈ ਦੀਰਘਕਾਲੀਨ, ਉਹ ਹੈ ਇਨਸਾਈਡ ਆਊਟ, ਅੰਦਰੋਂ ਬਾਹਰ। ਮਨ ਜੀਤਾ ਹੈ, ਜਗ ਜੀਤ। ਜੇ ਔਰ ਆਮ ਮਨੁੱਖ ਦਾ ਕੀ ਕੰਮ ਹੈ, ਬਈ ਬਾਹਰ ਕੁਝ ਹੋਇਆ, ਸਮਾਜ 'ਚ ਕੁਝ ਵਾਪਰਿਆ, ਕਿਤੇ ਕੁਝ ਵਾਪਰਿਆ, ਉਹਦੇ ਨਾਲ ਰਿਐਕਟ ਕਰਦਾ, ਉਹ ਮਨਮੁਖੀ ਅਪਰੋਚ ਹੈ। ਇਹ ਮੈਂ ਇੱਕ ਛੋਟੀ ਜੀ ਆਪ ਜੀ ਨਾਲ ਇਸ ਗੱਲ ਦੀ ਸਾਂਝ ਕਰ ਰਿਹਾ
अपने अपने तौर ते आपां सारे जो जिथे जिथे बैठे हैं, जो काम कर रहे हैं, इनू थोड़ा जिहा इस पक्ष लैण दी कोशिश करियो कि साडी अप्रोच की इनसाइड आउट है या आउटसाइड इन है। ਅਸੀਂ ਸਾਰੇ ਵਾਤਾਵਰਣ ਤੋਂ ਪ੍ਰਭਾਵਿਤ ਹੁੰਨੇ ਆ, ਅਸੀਂ ਸਾਰੇ ਜਿਹੜੇ ਕੁਝ ਵਾਪਰ ਰਿਹਾ ਹੁੰਦਾ ਉਹਦੇ ਤੋਂ ਪ੍ਰਭਾਵਿਤ ਹੁੰਨੇ ਆ। ਉਹ ਸਾਰਾ ਦਾ ਸਾਰਾ ਜਿਹੜਾ ਹੈ ਉਹ ਸ਼ਾਰਟ ਟਰਮ ਹੁੰਦਾ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਵਾਂਗਾ ਇਹਦੇ ਚ ਕਿ ਦੋਨਾਂ ਦੇ ਵਿੱਚੋਂ ਫਾਇਦਾ ਕਿਹਦੇ ਵਿੱਚ ਹੈ। ਮੰਨ ਲਓ ਭਾਵੇਂ ਅਸੀਂ ਕੈਨੇਡਾ ਬੈਠੇ ਆ, USA ਬੈਠੇ ਆ ਜਾਂ ਇੰਡੀਆ ਚ ਬੈਠੇ ਆ, ਜੇ ਬਾਹਰ ਦਾ ਟੈਂਪਰੇਚਰ ਵੱਧ ਜੇ ਤੇ ਸਾਡਾ ਜਿਹੜਾ 에ਅਰ ਕੰਡੀਸ਼ਨ ਹੁੰਦਾ ਹੈ ਉਹਦੇ ਵਿੱਚ ਨਾ ਇੱਕ ਥਰਮੋਸਟੈਟ ਲੱਗਿਆ ਹੁੰਦਾ ਹੈ। ਉਹ ਆਟੋਮੈਟਿਕਲੀ ਜਿੰਨੇ ਟੈਂਪਰੇਚਰ ਤੋਂ ਆਪਾਂ ਸੈੱਟ ਕਰਾਂਗੇ ਵੀ ਜੀ ਅਸੀਂ 25 ਡਿਗਰੀ ਟੈਂਪਰੇਚਰ ਚਾਹੀਦਾ ਘਰ ਦੇ ਅੰਦਰ, 24 ਡਿਗਰੀ ਟੈਂਪਰੇਚਰ ਚਾਹੀਦਾ ਘਰ ਦੇ ਅੰਦਰ, ਉਹ ਥਰਮੋਸਟੈਟ ਕੰਮ ਕਰ ਦੇਗਾ। ਜਾਂ ਜੇ ਠੰਡ ਪੈ ਰਹੀ ਹੈ ਬਾਹਰ ਤੇ ਉਹ ਅੰਦਰ ਹੀਟਰ ਸਿਸਟਮ ਲੱਗ ਕੇ ਉਹ ਟੈਂਪਰੇਚਰ ਨੂੰ ਫਿਰ 24-25 ਡਿਗਰੀ ਤੇ ਲੈ ਆਏਗਾ। ਜਿੰਨਾ ਵੀ ਅਸੀਂ ਟੈਂਪਰੇਚਰ ਸੈੱਟ ਕਰਾਂਗੇ, ਇਹ ਥਰਮੋਸਟੈਟ ਦਾ ਰੋਲ ਹੈ। ਬਾਹਰ ਟੈਂਪਰੇਚਰ ਕੁਝ ਮਰਜ਼ੀ ਹੋਵੇ, ਲੇਕਿਨ ਦੂਜਾ ਤਰੀਕਾ ਕੀ ਹੈ ਕਿ ਖਾਲੀ ਇੱਕ ਥਰਮਾਮੀਟਰ ਦੀ ਤਰ੍ਹਾਂ ਆਪਾਂ ਸਿਰਫ ਇਹ ਨੋਟ ਕਰੀਏ ਵੀ ਬਾਹਰ ਟੈਂਪਰੇਚਰ 5 ਡਿਗਰੀ ਹੋ ਗਿਆ, -5 ਹੋ ਗਿਆ, 20 ਹੋ ਗਿਆ, 25 ਹੋ ਗਿਆ ਜਾਂ 35 ਹੋ ਗਿਆ। ਉਹਦੇ ਨਾਲ ਸਾਡੇ ਘਰ ਦੇ ਟੈਂਪਰੇਚਰ ਦੇ ਵਿੱਚ, ਘਰ ਦੇ ਕੰਡੀਸ਼ਨ ਦੇ ਵਿੱਚ ਚੇਂਜ ਨਹੀਂ ਆਣਾ। ਚੇਂਜ ਤਾਂ ਆਏਗਾ ਜੇਕਰ ਅਸੀਂ ਇੱਕ ਥਰਮੋਸਟੈਟ ਦੀ ਜਗ੍ਹਾ, यानी कि ਅਸੀਂ ਕੀ ਕਰ ਸਕਦੇ ਹਾਂ ਇਸ ਬਾਰੇ ਸੋਚੀਏ। ਜਦੋਂ ਅਸੀਂ ਇਹ ਸੋਚੀਏ ਕਿ ਕਿਸ ਤਰ੍ਹਾਂ ਦਾ ਇਨਫਲੂਐਂਸ ਅਸੀਂ ਕ੍ਰੀਏਟ ਕਰ ਸਕਦੇ ਹਾਂ, ਕਿਸ ਤਰ੍ਹਾਂ ਦਾ ਅਸੀਂ ਪ੍ਰਭਾਵ ਜਨਰੇਟ ਕਰ ਸਕਦੇ ਹਾਂ, ਰਾਤ ਦਿਨ ਸਿਰਫ ਇਹੀ ਕੰਸਰਨ ਲੈ ਕੇ ਚੱਲੀਏ ਕਿ ਅੱਜ ਦੀ ਡੇਟ ਦੇ ਵਿੱਚ ਪੰਥ ਨੂੰ, ਸਮਾਜ ਨੂੰ, ਸੰਸਥਾ ਨੂੰ ਸਾਨੂੰ ਕੀ ਦਿੱਕਤਾਂ ਨੇ। ਬਸ ਆਹੀ ਇੱਕ ਅਪਰੋਚ ਦਾ ਫਰਕ ਹੈ। ਗੁਰੂ ਸਾਹਿਬ ਦੀ ਅਪਰੋਚ ਸੀਗੀ ਦੀਰਘਕਾਲੀਨ ਤੇ ਅਸੀਂ ਆਮ ਤੌਰ ਤੇ ਜਿਹੜੀ ਕੁਝ ਕਰਦੇ ਹਾਂ ਉਹ ਤਤਕਾਲੀਨ ਅਪਰੋਚ ਹੀ ਕਰਦੇ ਹਾਂ। ਜਦੋਂ ਮੈਂ ਵਾਚਨ ਦੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਗੁਰੂ ਸਾਹਿਬ ਦੇ ਉਪਰਾਲਿਆਂ ਨੂੰ, ਤੇ ਮੈਨੂੰ ਇੰਜ ਜਾਪਿਆ ਕਿ ਗੁਰੂ ਸਾਹਿਬ ਉਪਰਾਲੇ ਕਰਨ ਤੋਂ ਪਹਿਲਾਂ ਤਿੰਨ ਚੀਜ਼ਾਂ ਉਹਨਾਂ ਦੇ ਉਪਰਾਲਿਆਂ ਤੋਂ ਪਹਿਲਾਂ ਰਹਿੰਦੀਆਂ ਸੀਗੀਆਂ, ਜਿਹਨੂੰ ਮੈਂ 4I ਮਾਡਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਤੇ ਜਦੋਂ ਮੈਂ ਚਾਰੋਂ ਪਾਸੇ ਝਾਤੀ ਮਾਰਦਾ ਹਾਂ ਤੇ ਮੈਨੂੰ ਇਹ ਜਾਪਦਾ ਹੈ ਕਿ ਬਹੁਤ ਸਾਰੀ ਸੰਸਥਾਵਾਂ ਜਿਹੜੀਆਂ ਸਕਸੈਸਫੁਲ ਨੇ ਉਹ ਸਾਰੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਟਾਈਲ ਸੀਗਾ ਉਹਨੂੰ ਫੋਲੋ ਕਰਦੇ ਨੇ। ਉਹ ਸਟਾਈਲ ਕੀ ਹੈ, ਉਹਦੀ ਕੀ ਵਿਲੱਖਣਤਾ ਹੈ, ਥੋੜਾ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ। ਤੇ ਜਿੰਨੇ ਵੀ ਸਾਡੇ ਮੌਜੂਦਾ ਜਾਂ ਜਿਹੜੇ ਪਿੱਛੇ ਦਿੱਕਤਾਂ ਰਹਿ ਸਕੀ ਹੋਈਆਂ ਨੇ ਜਾਂ ਅਸੀਂ ਜਿਹੜੀਆਂ ਦਿੱਕਤਾਂ ਫੇਸ ਕਰ ਰਹੇ ਨੇ, ਉਹਨਾਂ ਲਈ ਸ਼ਾਇਦ ਸਾਨੂੰ ਇੱਕ ਡਾਇਰੈਕਸ਼ਨ ਮਿਲੇ। ਪਹਿਲੀ ਗੱਲ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਕੁਝ ਵੀ ਕੀਤਾ ਉਹ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਕੀਤਾ, ਸਿਧਾਂਤ ਨੂੰ ਮੁੱਖ ਰੱਖ ਕੇ ਕੀਤਾ, ਸਿਧਾਂਤ ਦਾ ਪ੍ਰਚਾਰ ਕੀਤਾ। ਪਹਿਲੀ ਚੀਜ਼ ਸੀਗੀ। ਤੇ ਆਈਡੀਓਲੋਜੀ ਜਿਹੜੀ ਹੈ, ਜਿਹਨੂੰ ਆਪਾਂ ਫਿਲਾਸਫੀ ਵੀ ਕਹਿ ਦਿੰਨੇ ਆ, ਇਸੇ ਕਰਕੇ ਆਪਾਂ ਜਦੋਂ ਬੱਚਿਆਂ ਨੂੰ ਵੀ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੇ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨੂੰ ਕਲੀਅਰ ਕਰਨ ਦੀ ਗੱਲ ਕਰਦੇ ਹਾਂ। ਭਾਵੇਂ ਅਸੀਂ ਆਪਣੀ ਜ਼ਿੰਦਗੀ ਬਦਲਣੀ ਹੋਵੇ, ਭਾਵੇਂ ਅਸੀਂ ਕੌਮ ਦੀ ਜ਼ਿੰਦਗੀ ਬਦਲਣੀ ਹੋਵੇ, ਭਾਵੇਂ ਅਸੀਂ ਸੰਸਥਾ ਦੀ ਜ਼ਿੰਦਗੀ ਬਦਲਣੀ ਹੋਵੇ, ਉਹਦਾ ਪਹਿਲਾ ਸਟੈਪ ਸਿਧਾਂਤ ਹੋਣਗੇ। ਬਿਨਾਂ ਸਿਧਾਂਤ ਸਮਝੇ ਔਰ ਲਾਗੂ ਕੀਤੇ ਕੋਈ ਬਦਲਾਵ ਕਿਤੇ ਦੀਰਘਕਾਲੀਨ ਨਹੀਂ ਆ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਗੁਰਮਤ ਦੀ ਫਿਲਾਸਫੀ ਨੂੰ, ਗੁਰਮਤ ਦੀ ਆਈਡੀਓਲੋਜੀ ਨੂੰ, ਗੁਰਮਤ ਦੇ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਚਾਰ ਕੀਤਾ ਔਰ ਬਦਲਾਵ ਲੈ ਕੇ ਆਏ, ਜਿਹਦੇ ਕਰਕੇ ਪ੍ਰਸਾਰ ਹੋਇਆ। ਤੇ ਪਹਿਲੀ ਚੀਜ਼ ਇਹ ਹੈ, ਜੇ ਸਿਧਾਂਤ ਬੈਕ ਸੀਟ ਤੇ ਚਲੇ ਜਾਣਗੇ, ਜੇ ਸਿਧਾਂਤ ਇੱਕ ਨੰਬਰ ਤੇ ਨਹੀਂ ਰਹਿਣਗੇ, ਤੇ ਸਾਡੇ ਸਾਰੇ ਦੇ ਸਾਰੇ ਉਪਰਾਲੇ ਕੁਝ ਜ਼ਿਆਦਾ ਨਹੀਂ ਕਰ ਪਾਣਗੇ। ਔਰ ਜੇ ਬਹੁਤ ਧਿਆਨ ਨਾਲ ਅਸੀਂ ਝਾਤ ਮਾਰੀਏ ਤੇ ਸਾਡੀ ਸਾਰੀਆਂ ਮੁਸ਼ਕਿਲਾਂ ਦਾ ਸ਼ੁਰੂਆਤ ਕੇਂਦਰ ਇੱਥੋਂ ਹੀ ਸ਼ੁਰੂ ਹੁੰਦਾ ਹੈ।
ਸਿਧਾਂਤ ਦੀ ਪਕੜ ਜਾਂ ਟੁੱਟਣ ਦੇ ਕਾਰਨ। ਦੂਜੀ ਗੱਲ ਇਹ ਹੈ, ਸੰਸਾਰ ਭਰ ਵਿੱਚ ਸੰਸਥਾਵਾਂ, ਸੰਸਾਰ ਭਰ ਵਿੱਚ ਕੌਮਾਂ, ਈਵਨ ਕਿ ਸੰਸਾਰ ਭਰ ਵਿੱਚ ਜਿਹੜੇ ਮਨੁੱਖ ਨੇ ਆਪਣੀ ਇੱਕ ਪਹਿਚਾਨ ਬਣਾਉਣ ਦੀ ਕੋਸ਼ਿਸ਼ ਕਰਦੇ, ਜਿਹਨੂੰ ਕਹਿੰਦੇ ਆ ਯੂਨੀਕ ਆਇਡੈਂਟੀਟੀ। ਜਿਹਦੀ ਆਇਡੈਂਟੀਟੀ ਖੋ ਜਾਂਦੀ ਹੈ ਨਾ ਜੀ, ਉਹ ਫਿਰ ਗੁਆਚ ਜਾਂਦਾ ਹੈ। ਸਿਧਾਂਤ ਦੇ ਬੇਸ ਦੇ ਉੱਤੇ ਦਸਾਂ ਸਹਿਬਾਨਾਂ ਨੇ ਆਪਣੇ ਜੀਵਨ ਕਾਲ ਵਿੱਚ ਸਿੱਖ ਦੀ ਆਇਡੈਂਟੀਟੀ ਬਿਲਕੁਲ ਕਲੀਅਰ ਕੀਤੀ, ਜਿਹਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਇੰਟਰਨਲ ਔਰ ਐਕਸਟਰਨਲ। ਬਾਣੀ ਤੇ ਬਾਣਾ ਦੀ ਵੀ ਆਪਾਂ ਗੱਲ ਕਰਦੇ ਹਾਂ। ਉਹ ਸੈਕਿੰਡ ਪਾਰਟ ਹੈ ਕਿ ਸਿਧਾਂਤ ਦੇ ਬੇਸ ਦੇ ਉੱਤੇ ਗੁਰੂ ਸਾਹਿਬ ਨੇ ਉਸ ਟਾਈਮ ਇੱਕ ਆਇਡੈਂਟੀਟੀ ਕ੍ਰੀਏਟ ਕੀਤੀ। ਜਿਹੜੇ ਸਿੱਖੀ ਸਿਧਾਂਤ, ਗੁਰਮਤਿ ਦੇ ਸਿਧਾਂਤ, ਗੁਰਬਾਣੀ ਦੇ ਸਿਧਾਂਤਾਂ ਤੇ ਤੁਰਨਗੇ, ਉਹਨਾਂ ਦੀ ਇੱਕ ਵੱਖਰੀ ਆਇਡੈਂਟੀਟੀ ਕ੍ਰੀਏਟ ਕੀਤੀ। ਔਰ ਜਦੋਂ ਆਇਡੈਂਟੀਟੀ ਖਤਮ ਹੋ ਜਾਂਦੀ ਹੈ ਤੇ ਸਿਧਾਂਤ ਵੀ ਟੁੱਟਦੇ ਨੇ। ਜਦੋਂ ਸਿਧਾਂਤ ਟੁੱਟਦੇ ਨੇ, ਆਇਡੈਂਟੀਟੀ ਟੁੱਟਦੀ ਹੈ। ਜਦੋਂ ਤੱਕ ਇੱਕ ਔਰ ਦੋ ਤੇ ਮਿਹਨਤ ਨਹੀਂ ਕੀਤੀ ਜਾਏਗੀ, ਸਾਡੇ ਉਪਰਾਲੇ ਕੁਝ ਮਾੜਾ ਮੋਟਾ ਸੂਈ ਨੂੰ ਇੱਧਰ ਉੱਧਰ ਹਿਲਾ ਸਕਦੇ ਨੇ, ਪਰ ਜ਼ਿਆਦਾ ਕੋਈ ਉਹਦਾ ਅਸਰ ਲੌਂਗ ਟਰਮ ਨਹੀਂ ਹੋਣ ਵਾਲਾ। ਤੀਸਰਾ, ਉਹ ਇੰਸਟੀਟਿਊਸ਼ਨ ਜਿਹੜੇ ਆਈਡੀਓਲੋਜੀ ਔਰ ਆਇਡੈਂਟੀਟੀ ਦੀ ਰੱਖਿਆ ਕਰਦੇ ਨੇ, ਪ੍ਰਚਾਰ ਕਰਦੇ ਨੇ, ਉਹ ਫਿਰ ਹੋਣ ਚਾਹੁੰਦੇ ਨੇ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਐਸੇ ਇੰਸਟੀਟਿਊਸ਼ਨ ਦੀ ਸਥਾਪਨਾ ਕੀਤੀ, ਉਹਨਾਂ ਨੂੰ ਚਲਾਇਆ। ਪਰ ਯਾਦ ਰੱਖੀਏ, ਇਹ ਤੀਸਰੀ ਚੀਜ਼ ਹੈ। ਜਿਹੜਾ ਇੰਸਟੀਟਿਊਸ਼ਨ ਬਿਨਾਂ ਆਈਡੀਓਲੋਜੀ, ਬਿਨਾਂ ਆਇਡੈਂਟੀਟੀ ਤੋਂ ਆਏਗਾ, ਉਹ ਜ਼ਿਆਦਾ ਦੇਰ ਨਹੀਂ ਚੱਲੇਗਾ, ਔਰ ਹੋ ਸਕਦਾ ਹੈ ਉਹਦੀ ਜਿਹੜੀ ਕਾਰਗੁਜ਼ਾਰੀ ਹੈ, ਉਹਦਾ ਜਿਹੜਾ ਅਸਰ ਹੈ, ਉਹਦਾ ਜਿਹੜਾ ਇੰਪੈਕਟ ਹੈ, ਘਟ ਜਾਏ। ਹੁਣ ਚੌਥੇ ਲੈਵਲ ਤੇ ਜਾ ਕੇ ਉਪਰਾਲੇ ਆਉਂਦੇ ਨੇ, ਤੇ ਜੇਕਰ ਖਾਲੀ ਜੋਸ਼ ਵਿੱਚ ਆ ਕੇ, ਹੈ ਨਾ, ਭਾਵਨਾ ਵਿੱਚ ਆ ਕੇ, ਇਮੋਸ਼ਨ ਦੇ ਬਹਾਵ ਦੇ ਵਿੱਚ ਆ ਕੇ ਆਪਾਂ ਕੁਝ ਉਪਰਾਲੇ ਕਰਾਂਗੇ, ਲੇਕਿਨ 1 2 3 ਸਟੈਪ ਜਿਹੜੇ ਨੇ, ਜੇ ਉਹਨਾਂ ਨੂੰ ਅਸੀਂ ਭੁੱਲ ਜਾਵਾਂਗੇ, ਤੇ ਫਿਰ ਕੋਸ਼ਿਸ਼, ਮਿਹਨਤ, એનર્ਜੀ, ਪੈਸਾ, ਸਮਾਂ ਸਾਰਾ ਖਰਾਬ ਚਲਿਆ ਜਾਏਗਾ, ਜਿਹੜਾ ਕਿ ਅਸੀਂ ਸਾਡੇ ਵਿੱਚੋਂ ਕੋਈ ਵੀ ਨਹੀਂ ਚਾਹੁੰਦਾ। ਇਸ ਕਰਕੇ ਮੌਜੂਦਾ ਹਾਲਾਤ ਵਿੱਚ ਸਮਾਂ ਪੁਕਾਰ ਕੇ ਕਹਿ ਰਿਹਾ ਸਾਨੂੰ ਕਿ ਸਾਨੂੰ ਆਪਣੇ ਅੰਦਰ ਝਾਤ ਮਾਰਨੀ ਪਏਗੀ, ਔਰ ਉਸ ਝਾਤ ਨੂੰ ਕੱਲੇ ਨੇ, ਹਰ ਸੰਸਥਾ ਨੇ ਤੇ ਪੂਰੀ ਕੌਮ ਨੇ ਆਪਣੇ ਅੰਦਰ ਝਾਤ ਮਾਰਨੀ। तो उस ਝਾਤ ਤੋਂ ਬਾਅਦ, ਉਸ ਗਿਆਨ ਤੋਂ ਬਾਅਦ, ਉਸ ਅਵੇਅਰਨੈਸ ਤੋਂ ਬਾਅਦ ਅਸੀਂ ਫਿਰ ਆਪਣੀ ਸੰਸਥਾਵਾਂ ਤੇ ਫਿਰ ਉਨ ਸੰਸਥਾਵਾਂ ਦੁਆਰਾ ਉਪਰਾਲੇ ਕਰਨੇ ਹੈ। ਕਿਉਂਕਿ ਕੋਈ ਵੀ ਵੱਡਾ ਕੰਮ ਕੱਲਾ ਕੋਈ ਨਹੀਂ ਕਰ ਸਕਦਾ। ਕੋਈ ਵੱਡਾ ਕੰਮ ਕਰਨਾ ਹੋਵੇ ਤੇ ਸੰਸਥਾ ਦੀ ਲੋੜ ਪੈਂਦੀ ਹੈ। ਤੇ ਇਹ ਚਾਰੋਂ ਚੀਜ਼ਾਂ ਨੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਜੇਕਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜਾਂ ਬਾਅਦ ਦੇ ਵਿੱਚ ਗੁਰੂ ਪਿਆਰਿਆਂ ਦੇ ਦੁਆਰਾ ਕੀਤੇ ਹੋਏ ਉਪਰਾਲਿਆਂ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰੀਏ, ਜਦੋਂ ਸਾਨੂੰ ਰਿਜ਼ਲਟ ਮਿਲੇ ਉਹ ਤਦੋਂ ਮਿਲੇ ਜਦੋਂ ਇਸ ਤਰਤੀਬ ਨੂੰ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਸਾਹਮਣੇ ਕਰਕੇ ਦਿਖਾਈ ਉਹ ਹੋਇਆ। ਔਰ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਉਹਨਾਂ ਸੰਸਥਾਵਾਂ ਦੀ, ਉਹਨਾਂ ਕੌਮਾਂ ਦੀ ਕਾਰਗੁਜ਼ਾਰੀ ਨੂੰ ਦੇਖੀਏ ਜਿਹੜੀਆਂ ਤਰੱਕੀ ਕਰ ਰਹੀਆਂ ਨੇ, ਉਹ ਇਹੀ ਚਾਰੋਂ ਚੀਜ਼ਾਂ ਨੂੰ ਫੋਲੋ ਕਰਦੀਆਂ ਨੇ, ਭਾਵੇਂ ਉਹ ਆਈਡੀਓਲੋਜੀ ਬੈਸਟ ਹੋਵੇ ਜਾਂ ਨਾ ਹੋਵੇ, ਪਰ ਉਹ ਆਪਣੀ ਆਈਡੀਓਲੋਜੀ ਨੂੰ, ਆਪਣੀ ਆਇਡੈਂਟੀਟੀ ਨੂੰ, ਆਪਣੇ ਇੰਸਟੀਟਿਊਸ਼ਨਸ ਨੂੰ ਮੁੱਖ ਰੱਖਦੇ ਹੋਏ ਉਪਰਾਲੇ ਕਰਦੇ ਹਨ। ਤੇ ਇਹਨੂੰ ਹੁਣ ਥੋੜਾ ਜਿਹਾ ਆਪਾਂ ਆਪਸ 'ਚ ਵਿਚਾਰ ਕਰਨ ਦੀ, ਸੋਚਣ ਦੀ, ਸਮਝਣ ਦੀ ਕੋਸ਼ਿਸ਼ ਕਰੀਏ। ਜਿਵੇਂ ਮੈਂ ਬੇਨਤੀ ਕੀਤੀ ਸੀ ਕਿ ਵੀ ਆਹ ਟੌਪਿਕ, ਇਹਦਾ ਡਾਇਰੈਕਟ ਸੰਬੰਧ ਸਾਡੇ ਸਾਰਿਆਂ ਨਾਲ ਹੈ, ਔਰ ਇਸ ਟਾਈਮ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਕੰਮ ਕਰਨ ਦੀ ਲੋੜ ਹੈ। ਕਿਉਂਕਿ ਜਿਹੜੀ ਦਿੱਕਤ ਉਸ ਸਮੇਂ ਸਮਾਜ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ
ਦੇ ਟਾਈਮ ਸੀਗੀ ਉਹਦੇ ਨਾਲੋਂ ਘੱਟ ਨਹੀਂ ਹੈ, ਇਸ ਟਾਈਮ ਥੋੜੀ ਵਾਧੀ ਹੋਏਗੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਦਲ ਚੁੱਕੀਆਂ ਨੇ। ਇਹਨਾਂ ਚਾਰਾਂ ਤੇ ਕੰਮ ਕਰਨਾ ਹੈ ਅਸੀਂ, ਲੇਕਿਨ ਪਹਿਲਾਂ 1 ਤੇ, ਫਿਰ 2 ਤੇ, ਫਿਰ 3 ਤੇ, ਫਿਰ 4 ਤੇ। ਜੇ ਡਾਇਰੈਕਟਲੀ ਆਪਾਂ ਕੁਝ ਐਫਰਟ ਕਰਾਂਗੇ ਤੇ ਸ਼ਾਇਦ ਮੇਰੀ ਨਜ਼ਰ ਵਿੱਚ ਉਹਦੇ ਫਾਇਦੇ ਸ਼ਾਇਦ ਜ਼ਿਆਦਾ ਨਹੀਂ ਹੋਣਗੇ। ਇੱਕ ਬੇਨਤੀ ਕਰਾਂ, ਸਿਧਾਂਤੋਂ ਸ਼ੁਰੂ ਕਰਨ ਦੀ ਕੀ ਲੋੜ ਹੈ? ਉਹਦਾ ਕਾਰਨ ਹੈ, ਹਰ ਇਨਸਾਨ ਆਪਣੇ ਬਿਲੀਫ ਸਿਸਟਮ ਦੇ ਨਾਲ ਕੰਮ ਕਰਦਾ ਹੈ। ਜਿਹਾ ਜਿਹਾ ਸਾਡਾ ਬਿਲੀਫ ਹੁੰਦਾ ਹੈ, ਜੋ ਅਸੀਂ ਸਿੱਖੀ ਬਾਰੇ ਸੋਚਦੇ ਹਾਂ ਅੰਦਰ ਖਾਤੇ, ਹੈ ਨਾ, ਬਿਲਕੁਲ ਅੰਦਰ ਜਿਹੜੇ ਸਾਡੇ ਮਨ ਦੇ ਲੈਵਲ ਤੇ ਕਿਹਾ ਜਾ ਵਿਸ਼ਵਾਸ ਹੈ, ਉਸ ਅਨੁਸਾਰ ਸਾਡਾ ਬਿਹੇਵੀਅਰ ਹੁੰਦਾ ਹੈ। ਔਰ ਜਿਹਾ ਜਿਹਾ ਸਾਡਾ ਬਿਹੇਵੀਅਰ ਹੁੰਦਾ ਹੈ, ਉਹੇ ਜਿਹੇ ਸਾਡੇ ਰਿਜ਼ਲਟ ਨੇ। ਹੁਣ ਪਿਛਲੇ ਹਫਤੇ ਮੈਂ ਜਿੱਥੇ ਮੈਂ ਰਹਿਣਾ ਉੱਥੇ ਇੱਕ ਨਵੇਂ ਗੁਰਦੁਆਰਾ ਸਾਹਿਬ ਬਣਾ ਰਹੇ ਨੇ, ਤੇ ਜਿਹੜੇ ਵੀਰ ਬਣਾ ਰਹੇ ਨੇ ਉਹਨਾਂ ਦੇ ਨਾਲ ਮੈਂ ਕੁਝ ਗੱਲਾਂ ਕੀਤੀਆਂ, ਤੇ ਉਹਨਾਂ ਵਿੱਚੋਂ ਇੱਕ ਗੱਲ ਨਿਕਲ ਕੇ ਆਈ ਸੀਗੀ ਕਿ ਜੀ ਸਾਡੇ ਜਿਹੜੇ ਸੇਵਾਦਾਰ ਨੇ, ਸਾਡੇ ਜਿਹੜੇ ਉੱਥੇ ਗੁਰਦੁਆਰਾ ਸਾਹਿਬ 'ਚ ਕੰਮ ਕਰ ਰਹੇ ਨੇ, ਕਈ ਵਾਰ ਇਹੋ ਜਿਹਾ ਬਿਹੇਵੀਅਰ ਦਿਖਾਉਂਦੇ ਨੇ ਕਿ ਗੁਰਦੁਆਰਾ ਸਾਹਿਬ 'ਚ ਜਿਹੜਾ ਮੱਥਾ ਟੇਕਣ ਆਏ ਹੁੰਦੇ ਨੇ ਉਹ ਸੋਚਦੇ ਨੇ ਵੀ ਇਹ ਕੀ ਹੋ ਰਿਹਾ ਹੈ। ਹੁਣ ਆ ਜਿਹੜਾ ਬਿਹੇਵੀਅਰ ਹੈ ਉਹਦਾ ਅਸਰ ਮਨੁੱਖ ਤੇ ਵੀ ਹੁੰਦਾ ਹੈ ਤੇ ਦੂਸਰਿਆਂ ਤੇ ਵੀ ਹੁੰਦਾ ਹੈ। ਗੁਰੂ ਸਾਹਿਬ ਨੇ ਇਸ ਗੱਲ ਨੂੰ ਬੜੇ ਪਿਆਰ ਦੇ ਨਾਲ ਸਾਨੂੰ ਸਾਰਿਆਂ ਨੂੰ ਸਮਝਾਇਆ ਹੈ, ਤੇ ਤੁਸੀਂ ਸਾਰੇ ਜਾਣਦੇ ਹੋ ਉਸ ਗੱਲ ਨੂੰ। ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਤੇ ਇਹ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਗੱਲ ਸ਼ੁਰੂ ਹੁੰਦੀ ਹੈ ਬਿਲੀਫ ਤੋਂ। ਹੁਣ ਬਿਲੀਫ ਬਣਦੇ ਕਦੋਂ ਹੈ? ਹੱਥ ਜੋੜ ਬੇਨਤੀ ਕਰਾਂ ਜੀ, ਬਿਲੀਫ 7 ਸਾਲ ਦੀ ਉਮਰ ਤੋਂ ਪਹਿਲਾਂ ਬਣ ਜਾਂਦੇ ਨੇ। ਜੇ ਅਸੀਂ ਭਵਿੱਖ ਬਣਾਉਣਾ ਹੈ ਆਪਣਾ ਕੌਮ ਦਾ, ਉਹਦੇ ਲਈ ਸਭ ਤੋਂ ਵੱਡਾ ਕੰਮ ਹੈ ਕਿ ਅਸੀਂ ਉਹਨਾਂ ਨੌਜਵਾਨ ਬੱਚੇ ਬੱਚੀਆਂ ਨਾਲ ਕੰਮ ਸ਼ੁਰੂ ਕਰੀਏ ਜਿਨ੍ਹਾਂ ਨੇ ਮਾਪੇ ਬਣਨਾ ਹੈ। ਔਰ ਜੇ 20 ਸਾਲ ਕੰਮ ਕਰਾਂਗੇ, ਭਾਵੇਂ ਅਸੀਂ ਕਰੀਏ ਜਾਂ ਸਾਡੇ ਤੋਂ ਨੈਕਸਟ ਜਨਰੇਸ਼ਨ ਕਰੀਏ, ਤੇ ਕੋਈ ਕਾਰਨ ਨਹੀਂ ਕਿ 20 ਸਾਲ ਤੋਂ ਬਾਅਦ ਜੇ ਸਿਧਾਂਤਿਕ ਦ੍ਰਿੜਤਾ ਪਹਿਲੇ ਦਿਨ ਤੋਂ ਮਾਤਾ ਪਿਤਾ 'ਚ ਹੈ ਤੇ ਉਹਨਾਂ ਦੇ ਘਰ ਜੰਮੇ ਹੋਏ ਬੱਚੇ 'ਚ ਹੈ, ਤੇ 20 ਸਾਲ ਤੋਂ ਬਾਅਦ ਕੌਮ ਵੱਖਰੀ ਨਜ਼ਰ ਆਏ। ਤੇ ਜਿਹੜੇ ਬਿਲੀਫ ਨੇ ਕਦੋਂ ਦੇ ਬਣੇ ਹੁੰਦੇ ਨੇ? ਜਦੋਂ ਅਸੀਂ 7 ਸਾਲ ਦੀ ਉਮਰ ਦੇ ਸੀਗੇ। ਮਾਂ ਦੇ ਉਦਰ ਤੋਂ ਲੈ ਕੇ 7 ਸਾਲ ਦੀ ਉਮਰ ਤੱਕ ਜਿਹੜੇ ਬਿਲੀਫ ਨੇ ਉਹ ਸਾਰੇ ਦੇ ਸਾਰੇ ਜ਼ਿੰਦਗੀ 'ਚ ਸਾਡੇ ਪਿੱਛੇ ਰਹਿੰਦੇ ਨੇ। ਇਹ ਕਾਰਨ ਇਹੀ ਹੁੰਦਾ ਹੈ ਕਿ ਗੁਰਬਾਣੀ ਕੁਝ ਕਹਿ ਰਹੀ ਹੁੰਦੀ ਹੈ ਤੇ ਮੇਰੇ ਵਰਗੇ ਕੁਝ ਹੋਰ ਕਰ ਰਹੇ ਹੁੰਦੇ ਨੇ, ਕਿਉਂਕਿ ਉਹਦੇ 'ਚ ਕੀ ਹੈ ਕਿ ਸਾਡਾ ਵਿਵਹਾਰ, ਸਾਡੀ ਰਹਿਣ ਸਹਿਣ ਜਿਹੜੀ ਹੈ ਉਹ ਸਾਡੀ ਆਦਤਾਂ ਦੇ ਮੁਤਾਬਕ ਹੁੰਦੀ ਹੈ, ਗੁਰਬਾਣੀ ਦੇ ਮੁਤਾਬਕ ਨਹੀਂ ਹੁੰਦੀ। ਜੇ ਸੁਨਹਿਰੇ ਭਵਿੱਖ ਦੀ ਪਰਿਕਲਪਨਾ ਕਰਨੀ ਹੈ, ਜੇ ਸੁਨਹਿਰੇ ਭਵਿੱਖ ਤੇ ਕੰਮ ਕਰਨਾ ਹੈ, ਜੇ ਸੁਨਹਿਰਾ ਜੀਵਨ ਬਣਾਉਣਾ ਹੈ, ਜੇ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ, ਤੇ ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਸਾਨੂੰ ਪਰਿਵਾਰ ਦੇ ਲੈਵਲ ਤੇ ਸਭ ਤੋਂ ਵੱਡਾ ਇੰਸਟੀਟਿਊਸ਼ਨ ਸੁਸਾਇਟੀ ਦਾ, ਸਭ ਤੋਂ ਵੱਡਾ ਪਾਰਟ ਕੌਮ ਦਾ ਫੈਮਿਲੀ ਹੈ, ਪਰਿਵਾਰ ਹੈ। ਔਰ ਉੱਥੋਂ ਸ਼ੁਰੂ ਹੁੰਦੀ ਹੈ ਗੱਲਬਾਤ। ਜਦੋਂ ਮਾਤਾ ਪਿਤਾ, ਦੇਖੋ ਇਹ ਸਭ ਤੋਂ ਅਹਿਮ ਵਿਸ਼ਾ ਹੈ ਇਸ ਟਾਈਮ। ਮੇਰਾ ਇਹ ਮੰਨਣਾ ਹੈ ਕਿ ਜਿਸ ਲੈਵਲ ਦੇ ਦੁਖਾਂਤ ਦੇ ਵਿੱਚੋਂ ਕੌਮ ਨਿਕਲ ਰਹੀ ਹੈ ਇਸ ਟਾਈਮ, ਇਸ ਪੱਖੋਂ ਜਿਸ ਪੱਖੋਂ ਵੀ ਅਸੀਂ ਦੇਖੀਏ ਚਾਰੇ ਪਾਸੇ, ਕਿ ਜੋ ਸਿੱਖੀ ਦੀ ਮਿਆਰ ਅੱਜ ਹੈ ਉਹਨੂੰ ਉੱਤੇ ਚੁੱਕਣ ਲਈ ਸਾਨੂੰ ਪਰਿਵਾਰ ਦੇ ਸਭ ਤੋਂ ਪਹਿਲੇ ਲੈਵਲ ਤੋਂ ਸ਼ੁਰੂ ਕਰਨਾ ਹੋਏਗਾ। ਯਾਨੀ ਕਿ ਜਿਸ ਬੱਚੇ ਬੱਚੀ ਦੇ ਆਨੰਦ ਕਾਰਜ ਹੋਣੇ ਆ ਉਸ ਤੋਂ ਪਹਿਲਾਂ ਤੋਂ ਸ਼ੁਰੂ ਕਰਨਾ ਹੋਏਗਾ। ਹਕੀਕਤ ਤੋਂ ਆਪਾਂ ਅੱਖਾਂ ਨਹੀਂ ਮੋੜ ਸਕਦੇ। ਸਮਾਜ ਤੇ ਝਾਤ ਮਾਰ ਕੇ ਦੇਖੀਏ ਸਾਡੇ ਨਾਲ ਕੀ ਵਾਪਰ ਰਿਹਾ ਸਾਰਿਆਂ ਨਾਲ। ਉਹ ਇੱਕ ਮੁਸ਼ਕਿਲ ਹੈ, ਸਭ ਤੋਂ ਵੱਡੀ ਮੁਸ਼ਕਿਲ ਹੈ, ਕਿਉਂਕਿ ਸ਼ੁਰੂਆਤ ਹੋਏਗੀ ਮਾਤਾ ਪਿਤਾ ਦੇ ਲੈਵਲ ਤੇ। ਉਹ ਮਾਤਾ ਪਿਤਾ ਤੇ ਜਿਨ੍ਹਾਂ ਦੇ ਘਰ ਵਿੱਚ ਨਵਾਂ ਬੱਚਾ ਆਣਾ। ਹਾਂ, ਆਪਾਂ ਸਾਰੇ ਇੱਕ ਰੋਲ ਅਦਾ ਕਰ ਸਕਦੇ ਹਾਂ। ਜਿੰਨੇ ਵੀ ਮੇਰੇ ਵਰਗੇ ਚਿੱਟੀ ਦਾੜੀਆਂ ਵਾਲੇ ਨੇ ਜਿਹੜੇ ਇਸ ਟਾਈਮ ਅਟੈਂਡ ਕਰ ਰਹੇ ਨੇ, ਕਿ ਆਪਾਂ ਇੱਕ ਚੰਗੇ ਗ੍ਰੈਂਡ ਪੇਰੈਂਟਸ ਦੀ ਤਰ੍ਹਾਂ ਜਾਂ ਸਮਾਜ ਦੇ ਸੀਨੀਅਰ ਹੋਣ ਦੇ ਨਾਤੇ ਇਸ ਕੰਮ ਨੂੰ ਆਰੰਭੀਏ।
ਇਹਦੇ ਲਈ ਕਈ ਕੁਝ ਕਰਨ ਦੀ ਲੋੜ ਹੈ, ਪਰ ਜਿਹਨੂੰ ਜਿਵੇਂ ਕਹਿੰਦੇ ਆ ਭਾਵੇਂ ਜੂਸ ਨੇ, ਭਾਵੇਂ ਕ੍ਰਿਸਚੀਅਨਸ ਨੇ, ਭਾਵੇਂ ਮੁਸਲਿਮ ਨੇ, ਇਹ ਤਿੰਨੋਂ ਕੌਮਾਂ ਬੱਚੇ ਤੋਂ ਸ਼ੁਰੂ ਕਰਦੀਆਂ ਨੇ ਕੰਮ। 15 ਕੁ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੇ 10 ਪਤਵੰਤੇ ਸੱਜਣਾਂ ਨੂੰ ਬੁਲਾਇਆ ਸੀ, ਮੀਡੀਆ ਵਾਲੇ ਬੰਦੇ ਵੀ ਸੀਗੇ ਔਰ ਪ੍ਰੋਫੈਸ਼ਨਲ ਵੀ ਸੀਗੇ। ਉਹਨਾਂ ਵਿੱਚੋਂ ਕਈ ਚੀਜ਼ਾਂ ਦੀ ਗੱਲ ਹੋਈ, ਲੇਕਿਨ ਇੱਕ ਅਹਿਮ ਕੰਮ ਸੀਗਾ ਕਿ ਪੇਰੈਂਟਿੰਗ ਤੇ ਕੰਮ ਕੀਤਾ ਜਾਏ, ਤਾਂ ਕਿ ਜਿਹੜਾ ਇਸਲਾਮ ਹੈ, ਉਹ ਮੁਲਕ ਹੈ, ਉਹ ਤਰੱਕੀ ਕਰਕੇ ਆਗੇ ਜਾ ਸਕੇ। ਪਹਿਲੀ ਗੱਲ ਉੱਥੇ ਕਈਆਂ ਨੇ ਕਹੀ ਕਿ ਸਭ ਤੋਂ ਜ਼ਿਆਦਾ ਕੰਮ ਪੇਰੈਂਟਿੰਗ ਤੇ ਕਰਨ ਦੀ ਲੋੜ ਹੈ। ਤੇ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਸ਼ੁਰੂਆਤ ਜਿਹੜੀ ਸਿਧਾਂਤ ਤੇ ਕਰਨ ਵਾਲੀ ਜਿਹੜੀ ਗੱਲ ਹੈ, ਪਹਿਲਾ ਸਟੈਪ ਹੈ, ਕਿਉਂਕਿ ਸਿਧਾਂਤ ਦਾ ਜਿਹੜਾ ਡਾਇਰੈਕਟ ਤਾਲੁਕਾਤ ਹੈ ਉਹ ਵਿਸ਼ਵਾਸ ਨਾਲ ਹੈ, ਔਰ ਵਿਸ਼ਵਾਸ ਦੇ ਵਿੱਚੋਂ ਸਾਡਾ ਰਹਿਣ ਸਹਿਣ ਨਿਕਲਦਾ ਹੈ, ਔਰ ਰਹਿਣ ਸਹਿਣ ਹੀ ਜਿਹੜਾ ਹੈ ਨਤੀਜੇ ਪੈਦਾ ਕਰਦਾ ਹੈ। ਪੁਰਾਤਨ ਕਾਲ ਦੇ ਗੁਰਸਿੱਖਾਂ ਦਾ ਰਹਿਣ ਸਹਿਣ ਗੁਰੂ ਪਾਤਸ਼ਾਹ ਦਾ ਰਹਿਣ ਸਹਿਣ ਸੀਗਾ, ਜਿਹਨੇ ਪ੍ਰਚਾਰ ਔਰ ਪ੍ਰਸਾਰ ਕੀਤਾ। ਅੱਜ ਸ਼ਾਇਦ ਐਜ਼ ਏ ਕੌਮ, ਐਜ਼ ਏ ਸੰਸਥਾ, ਸਾਨੂੰ ਇਸ ਪੱਖੋਂ ਅੱਗੇ ਤੁਰਨ ਦੀ ਲੋੜ ਹੈ ਕਿ ਅਸੀਂ ਪਹਿਲੇ ਲੈਵਲ ਤੋਂ, ਸਿਧਾਂਤਿਕ ਲੈਵਲ ਤੋਂ ਕੰਮ ਸ਼ੁਰੂ ਕਰੀਏ। ਮੇਰੀ ਬੇਨਤੀ ਹੈ ਕਿ ਖਾਸ ਕਰਕੇ ਜਿਹੜੇ ਵੀਰ ਭੈਣ, ਅਸੀਂ ਨਾ 3-4 ਪਿਛੇ ਹਫ਼ਤੇ 'ਚ ਵੱਖਰੀ ਜਗ੍ਹਾ ਬਹੁਤ ਸਾਰੇ ਵੀਰਾਂ ਭੈਣਾਂ ਨਾਲ ਮੈਂ ਗੱਲਬਾਤ ਕੀਤੀ ਹੈ, ਜਿਨ੍ਹਾਂ ਤੋਂ ਸੁਝਾਅ ਮੰਗੇ ਨੇ ਕਿ ਪੇਰੈਂਟਿੰਗ ਲਈ ਕੀ ਕੀਤਾ ਜਾ ਸਕਦਾ ਹੈ। ਜਿੰਨੇ ਵੀ ਸਰੋਤੇ ਇਸ ਟਾਈਮ ਆਨਲਾਈਨ ਨੇ, ਉਹ ਕਿਰਪਾ ਕਰਕੇ ਆਪਣੇ ਸੁਝਾਅ ਭੇਜਣ, ਤਾਂ ਕਿ ਆਪਾਂ ਇੱਕ ਵਧੀਆ ਜਿਹਾ ਕੌਮ ਦੇ ਪੱਖੋਂ ਇੱਕ ਪੇਰੈਂਟਿੰਗ ਪ੍ਰੋਗਰਾਮ ਸ਼ੁਰੂ ਕਰ ਸਕੀਏ, ਤਾਂ ਕਿ ਹੁਣ ਨਹੀਂ ਤਾਂ ਘੱਟੋ ਘੱਟ 20 ਸਾਲ ਬਾਅਦ ਚਾਨਣ ਮੁਨਾਰੇ ਸਮਾਜ ਦੇ ਸਾਹਮਣੇ ਆਉਣਗੇ। ਹੁਣ ਜਦੋਂ ਆਪਾਂ ਸਿਧਾਂਤ ਦੀ ਗੱਲ ਕਰਦੇ ਹਾਂ, ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ? ਗੁਰੂ ਨਾਨਕ ਪਾਤਸ਼ਾਹ ਨੇ ਉਸ ਟਾਈਮ ਦੇ ਜਿਹੜੇ ਥਾਟ ਲੀਡਰ ਸੀਗੇ, ਧਾਰਮਿਕ ਆਗੂ ਸੀਗੇ, ਉਹਨਾਂ ਨਾਲ ਜਾ ਕੇ ਆਪਣੀ ਫਿਲਾਸਫੀ ਸ਼ੇਅਰ ਕੀਤੀ। ਦੇਖੋ, ਇੱਕ ਸਮਾਂ ਆਉਂਦਾ ਹੈ ਜਦੋਂ ਬੰਦਾ ਸਮਝ ਕੇ ਬਦਲ ਸਕਦਾ ਹੈ, ਪਰ ਉਹ ਬਦਲਣ ਵਾਸਤੇ, ਉਹ ਬਦਲਣ ਲਈ ਤਿਆਰ ਹੋਏ। ਔਰ ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਸੀ ਕਿ ਐਸਾ 35 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਹੈ। ਜਿਹੜਾ 7 ਸਾਲ ਤੋਂ ਲੈ ਕੇ 30 ਸਾਲ ਤੱਕ ਦਾ ਸਮਾਂ ਹੈ, ਇਨਸਾਨ ਜ਼ਿਆਦਾ ਬਦਲਦਾ ਨਹੀਂ, ਉਹਦਾ ਜ਼ਿਆਦਾਤਰ ਅਸਰ ਜਿਹੜਾ ਹੈ ਸਮਾਜ ਦਾ ਉਹਦੇ ਉੱਤੇ ਹੁੰਦਾ ਹੈ। ਤੇ ਗੁਰੂ ਸਾਹਿਬ ਨੇ ਉਸ ਟਾਈਮ ਦੇ ਜਿਹੜੇ ਧਾਰਮਿਕ ਆਗੂ ਸੀਗੇ, ਉਹਨਾਂ ਨਾਲ ਜਾ ਕੇ ਵਿਚਾਰਮਾਤਮਕ ਸਾਂਝ ਕੀਤੀ, ਗੋਸ਼ਟੀਆਂ ਕੀਤੀਆਂ, ਗੱਲਬਾਤ ਕੀਤੀ, ਔਰ ਕਈ ਤਰੀਕੇ ਵਰਤੇ ਤਾਂ ਕਿ ਉਹਨਾਂ ਨੂੰ ਉਹ ਵਿਚਾਰਾਤਮਕ ਅਗਵਾਈ ਦੇ ਸਕਣ। ਜਦੋਂ ਧਰਤੀ ਦੇ ਉੱਤੇ ਕੋਈ ਸਿੱਖ ਨਹੀਂ ਸੀਗਾ, ਗੁਰੂ ਪਾਤਸ਼ਾਹ ਨੇ ਆਪਣੀ ਆਈਡੀਓਲੋਜੀ, ਗੁਰਮਤ ਫਿਲਾਸਫੀ, ਗੁਰਬਾਣੀ ਦੀ ਰੋਸ਼ਨੀ ਰਾਹੀਂ ਲੋਕਾਂ ਦੇ ਮਨਾਂ ਨੂੰ ਬਦਲ ਕੇ ਰੱਖ ਦਿੱਤਾ, ਔਰ ਉਹਨਾਂ ਦੀ ਜਿਹੜੀ ਜ਼ਿੰਦਗੀ 'ਚ ਦਿੱਕਤਾਂ ਸੀਗੀਆਂ, ਜਿਹੜੇ ਅੰਦਰ ਖਾਤੇ ਮਨ ਦੇ ਲੈਵਲ ਤੇ ਦਿੱਕਤ ਸੀਗੀ, ਉਹਨਾਂ ਨੂੰ ਦੂਰ ਕੀਤਾ। ਹੁਣ ਜਦੋਂ ਆਪਾਂ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਹੈ ਕਿ ਧਰਮ ਦੇ ਜਿਹੜੇ ਮੂਲ ਸਿਧਾਂਤ ਹੁੰਦੇ ਨੇ। ਹੁਣ ਸਿੱਖੀ ਦੇ ਜਿਹੜੇ ਮੂਲ ਸਿਧਾਂਤ ਨੇ, ਉਹਨਾਂ ਦੀ ਜਿਹੜੀ ਗੱਲ ਜਦੋਂ ਬਚਪਨ ਤੋਂ ਸ਼ੁਰੂ ਹੁੰਦੀ ਹੈ ਤੇ ਉਹਦਾ ਵੱਖਰਾ ਅਸਰ ਹੁੰਦਾ ਹੈ। ਤੇ ਹਰ ਚੀਜ਼ ਇਸ ਪੱਖੋਂ ਹੈ ਕਿ ਪਹਿਲਾਂ ਸਿਧਾਂਤ, ਜਿਹੜੇ ਸਿੱਖੀ ਦੇ ਮੇਨ ਸਿਧਾਂਤ ਨੇ, ਉਹਨਾਂ ਨੂੰ ਆਪਾਂ, ਜਿਹਨੂੰ ਆਪਾਂ ਗੁਰਮਤ ਦੀ ਫਿਲਾਸਫੀ ਦੀ ਗੱਲ ਕਰਦੇ ਹਾਂ, ਉਹਨੂੰ ਬੜੇ ਸੋਹਣੇ ਸੁਚੱਜੇ ਢੰਗ ਨਾਲ, ਜਦੋਂ ਕਿ ਅੱਜ ਹਰ ਤਰ੍ਹਾਂ ਦਾ ਸਾਨੂੰ ਮੀਡੀਆ ਅਵੇਲੇਬਲ ਹੈ, ਔਰ ਉਸ ਲਈ 239 ਸਾਲ ਦਾ ਸਾਡੇ ਕੋਲ ਇਤਿਹਾਸ ਪਿਆ ਹੈ, ਜਿਹੜਾ ਗੁਰਮਤ ਦੀ ਨਿਰੋਲ ਸੋਚ ਦਾ ਪ੍ਰਚਾਰ ਹੋਇਆ ਪੂਰੇ 239 ਸਾਲ। ਹੁਣ ਤੁਸੀਂ ਦੇਖ ਲਓ ਕਿ 10 ਪਾਤਸ਼ਾਹ ਨੇ ਕਿੰਨੀ ਕੁ ਮਿਹਨਤ ਕੀਤੀ ਹੋਏਗੀ, ਇੰਨਾ ਲੰਬਾ ਸਮੇਂ, ਦੀਰਘਕਾਲੀਨ ਐਫਰਟ ਸੀ। ਇੱਕ ਦਿਨ 'ਚ ਨਹੀਂ ਬਦਲਿਆ ਸੰਸਾਰ, ਇੱਕ ਦਿਨ 'ਚ ਨਹੀਂ ਬਦਲੀਆਂ ਜੋ ਕੁਝ ਹੋਇਆ, ਉਹਦੇ ਲਈ ਬੜਾ ਲੰਬਾ ਇੱਕ ਸਫ਼ਰ ਤੈਅ ਕੀਤਾ ਗਿਆ। ਔਰ ਜਿਹੜੀ ਪੁਰਾਤਨ ਸੋਚ ਸੀ, ਹੌਲੀ-ਹੌਲੀ ਸਮਾਜ ਦੀ ਉਸ ਸੋਚ ਨੂੰ ਬਦਲ ਕੇ ਇੱਕ ਨਿਰੋਈ, ਨਿਰਮਲ ਸੋਚ ਨੂੰ ਜਨਮ ਦਿੱਤਾ ਗਿਆ। ਜੇ ਆਪਾਂ ਝਾਤ ਮਾਰੀਏ ਕਿ ਸਾਡਾ ਸਭ ਤੋਂ ਵੱਡਾ ਸਰਮਾਇਆ ਕੀ ਹੈ, ਉਹ ਸ਼ਾਇਦ ਕੋਈ ਬਿਲਡਿੰਗ ਨਹੀਂ, ਸਾਡੀ ਜਿਹੜੀ ਸਭ ਤੋਂ ਵੱਡੀ ਸੋਚ ਹੈ
ਸਭ ਤੋਂ ਵੱਡਾ ਸਰਮਾਇਆ ਹੈ ਉਹ ਸਿੱਖੀ ਸਿਧਾਂਤ ਨੇ, ਕਿਉਂਕਿ ਸਿੱਖੀ ਸਿਧਾਂਤ ਦੁਨੀਆ ਦੇ ਸਭ ਤੋਂ ਵਧੀਆ ਸਿਧਾਂਤ ਨੇ, ਕਿਉਂਕਿ ਉਹ ਕੁਦਰਤ ਦੇ ਸਿਧਾਂਤ ਨੇ, ਉਹ ਪਰਮਾਤਮਾ ਦੇ ਸਿਧਾਂਤ ਨੇ, ਉਹ ਸਾਰਿਆਂ ਤੇ ਲਾਗੂ ਹੁੰਦੇ ਨੇ। ਉਹ ਸਭ ਤੋਂ ਮਹਿੰਗੀ ਚੀਜ਼ ਹੈ ਤੇ ਸਭ ਤੋਂ ਜ਼ਿਆਦਾ ਖਤਰਾ ਤੇ ਹਮਲਾ ਕਿਹਦੇ ਤੇ ਹੈ? ਸਿੱਖੀ ਸਿਧਾਂਤਾਂ ਤੇ, ਕਿਉਂਕਿ ਉਹ ਸਭ ਤੋਂ ਵਧੀਆ, ਸਭ ਤੋਂ ਸੋਹਣੇ ਨੇ, ਤੇ ਆਪਾਂ ਨੂੰ ਸਾਂਭ ਕੇ ਵੀ ਕੀ ਰੱਖਣਾ ਹੈ? ਸਿੱਖੀ ਸਿਧਾਂਤਾਂ ਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਸਿਧਾਂਤਾਂ ਨੂੰ ਬੜੇ ਪਿਆਰ ਦੇ ਨਾਲ ਗੁਰੂ ਪਾਤਸ਼ਾਹ ਨੇ, ਭਗਤ ਸਾਹਿਬਾਨ ਨੇ ਰੱਖਿਆ ਹੈ। ਕਈ ਤਰੀਕੇ ਨਾਲ ਹੈ। ਇੱਕ ਤਰੀਕਾ ਹੈ ਕਿ ਉੱਥੇ ਹਰ ਚੀਜ਼ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਜਿਹੜੀ ਡੈਫੀਨੇਸ਼ਨ ਪਹਿਲੀ ਸੀ ਉਸ ਸਮੇਂ, ਜਿਹਨੂੰ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਧਰਮ ਹੈ, ਇਹ ਤੀਰਥ ਹੈ, ਇਹ ਵਿਆਹ ਹੈ, ਇਹ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਏਗੀ, ਉਹਨਾਂ ਸਾਰੀਆਂ ਚੀਜ਼ਾਂ ਦੀ ਡੈਫੀਨੇਸ਼ਨ ਗੁਰੂ ਸਾਹਿਬ ਨੇ ਬਦਲਤੀ। ਤੇ ਕੁਝ ਸਵਾਲ ਜਵਾਬ ਵੀ ਨੇ, ਤੇ ਅਸੀਂ ਸਾਰੇ ਜਾਣਦੇ ਹਾਂ, ਗੱਲਬਾਤ ਵੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਪੂਰਨ ਜੀਵਨ ਜਾਂਚ ਦੀ ਵਿਧੀ ਹੈ, ਤਰੀਕਾ ਹੈ। ਗੁਰੂ ਗ੍ਰੰਥ ਸਾਹਿਬ ਹਰ ਤਰ੍ਹਾਂ ਦੇ ਵਰਮਾ ਪੈਮਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਤਰ੍ਹਾਂ ਦੀ ਵਿਚਾਰ ਚਰਚਾ ਹੈ। ਲੇਕਿਨ ਜੇ ਅਸੀਂ ਅਜੋਕਾ ਸਮਾਂ ਦੇਖੀਏ, ਅੱਜ ਸਾਡੇ ਹੀ ਪੰਥ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ 10 ਗੁਰੂ ਸਾਹਿਬਾਨ ਨੇ ਕੱਢੀਆਂ ਸੀਗੀਆਂ, ਮੁੜ ਦਾਖਲ ਹੋ ਚੁੱਕੀਆਂ ਨੇ, ਕਿਉਂਕਿ ਸ਼ਾਇਦ ਸਿਧਾਂਤਕ ਰੂਪ ਤੇ ਸਮਝ ਔਰ ਪਹਿਰਾ ਦੇਣ ਦੀ ਦੋਨਾਂ ਦੀ ਲੋੜ ਹੈ। ਇਹ ਸਾਡੇ ਸਾਹਮਣੇ ਇੱਕ ਮੌਕਾ ਵੀ ਹੈ ਤੇ ਇੱਕ ਵੱਡੀ ਦਿੱਕਤ ਵੀ ਹੈ। ਕਿੰਨੀ ਕਮਾਲ ਦੀ ਗੱਲ ਹੈ ਕਿ ਜਦੋਂ ਅਸੀਂ ਨਿਰਮਲ ਸੋਚ ਦੀ ਗੱਲ ਕਰਦੇ ਹਾਂ, ਉਹ ਇੰਨੀ ਸੌਖੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਗਈ ਹੈ, ਸਮਝਾਈ ਗਈ ਹੈ ਗੁਰਬਾਣੀ 'ਚ, ਤਾਂ ਕਿ ਅਸੀਂ ਕੋਈ ਗਲਤੀ ਨਾ ਕਰੀਏ। ਗੁਰਬਾਣੀ ਦੀ ਫਿਲਾਸਫੀ ਇੱਕ ਪਰਮਾਤਮਾ ਤੋਂ ਸ਼ੁਰੂ ਹੁੰਦੀ ਹੈ। ਗੁਰਬਾਣੀ ਦੀ ਫਿਲਾਸਫੀ ਇੱਕ ਪਰਮਾਤਮਾ ਨੂੰ ਸਮਝਣ ਲਈ ਇੱਕ ਗੁਰੂ ਨੂੰ ਨਾਲ ਜੋੜਦੀ ਹੈ। ਗੁਰਬਾਣੀ ਦੀ ਫਿਲਾਸਫੀ ਪਰਮਾਤਮਾ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ ਸੰਗਤ ਨਾਲ ਜੋੜਦੀ ਹੈ। ਇਹ ਤਿੰਨਾਂ ਦੇ ਸੁਮੇਲ ਦੇ ਵਿੱਚੋਂ ਸਿੱਖੀ ਦਾ ਜਨਮ ਹੁੰਦਾ, ਸਿੱਖ ਦਾ ਜਨਮ ਹੁੰਦਾ ਹੈ। ਲੇਕਿਨ ਸੀਕੁਐਂਸ ਯਾਦ ਕਰਨ ਦੀ ਬਿਲਕੁਲ ਜ਼ਰੂਰਤ ਹੈ। ਪਹਿਲਾਂ ਇੱਕ ਪਰਮਾਤਮਾ ਹੈ, ਫਿਰ ਇੱਕ ਗੁਰੂ ਹੈ, ਤੇ ਇੱਕ ਤਰ੍ਹਾਂ ਦੀ ਹੀ ਸੰਗਤ ਹੈ, ਕੋਈ ਵੱਖਰੀ ਸੰਗਤ ਨਹੀਂ। ਤੇ ਫਿਰ ਹਰ ਸਿੱਖ ਵੀ ਇੱਕ ਤਰ੍ਹਾਂ ਦਾ ਹੀ ਹੈ, ਕੋਈ ਵੱਖਰਾ ਸਿੱਖ ਨਹੀਂ। ਤੇ ਜਦ ਇਹ ਚਾਰੋਂ ਚੀਜ਼ਾਂ ਮਿਲ ਕੇ ਇੱਕ ਨਿਰੋਏ ਨਿਰਮਲ ਪੰਥ ਦੀ ਉਸਾਰੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਹੋਈ, ਉਹਨੂੰ ਮੁੜ ਸੁਰਜੀਤ ਕਰਨ ਲਈ, ਉਹ ਤੋਂ ਉਪਰਾਲਾ ਕਰਨ ਲਈ ਸਾਡਾ ਪ੍ਰਚਾਰ ਪ੍ਰਸਾਰ ਵੀ ਉਸੇ ਤਰੀਕੇ ਦਾ ਕਰਨ ਦੀ ਲੋੜ ਹੈ। ਜਿਵੇਂ ਆਪਾਂ ਜਾਣਦੇ ਹੀ ਹਾਂ, ਸਭ ਬੜੇ ਪਿਆਰ ਨਾਲ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਲੋਕਾਂ ਦੀ ਜੀਵਨ ਜੁਗਤ ਨਿਰਮਲ ਨਹੀਂ ਸੀਗੀ, ਸੁਚੱਜੀ ਨਹੀਂ ਸੀਗੀ, ਵਧੀਆ ਨਹੀਂ ਸੀਗੀ, ਸੁਨਹਿਰੀ ਨਹੀਂ ਸੀਗੀ, ਲੇਕਿਨ ਗੁਰੂ ਸਾਹਿਬ ਨੇ ਕਰ ਦਿੱਤੀ। ਕਿਵੇਂ? ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਨਿਰਮਲ ਪੰਥ ਦੀ ਨਿਰਮਲ ਰੀਤ ਨੂੰ ਸੁਰਜੀਤ ਕਰਨ ਦੀ ਲੋੜ ਹੈ। ਜਦੋਂ ਉਹ ਸੁਰਜੀਤ ਹੋਏਗੀ ਤੇ ਪੰਥ ਚੜ੍ਹਦੀ ਕਲਾ 'ਚ ਜਾਏਗਾ, ਕੌਮ ਚੜ੍ਹਦੀ ਕਲਾ 'ਚ ਜਾਏਗੀ, ਤੇ ਸੰਸਥਾਵਾਂ ਜਿਹੜੀਆਂ ਉਹਦੇ ਤੇ ਕੰਮ ਕਰਨਗੀਆਂ ਉਹ ਹੋਰ ਵਧੇਰੇ ਚੜ੍ਹਦੀ ਕਲਾ ਤੇ ਜਾਣਗੇ। ਤੇ ਜਿੰਨੇ ਅਸੀਂ ਸਾਰੇ ਗੁਰਸਿੱਖ ਵੀਰ ਭੈਣ ਹੈ, ਜਦੋਂ ਅਸੀਂ ਉਹਦੇ ਤੇ ਕੰਮ ਕਰਾਂਗੇ ਤੇ ਸਾਨੂੰ ਵੀ ਚੜ੍ਹਦੀ ਕਲਾ ਦੀ ਪ੍ਰਾਪਤੀ ਹੋਏਗੀ। ਹੁਣ ਕਿਹੜੀ ਚੀਜ਼ ਸੀ ਪਹਿਲਾਂ ਜਿੱਥੇ ਸੰਸਾਰ ਨਿਰਮਲ ਨਹੀਂ ਸੀਗਾ? ਸੰਸਾਰ ਕੋਲ ਗਿਆਨ ਨਹੀਂ ਸੀਗਾ, ਕਿਉਂਕਿ ਗਿਆਨ ਦੇ ਨਾਲ ਹੀ ਗਿਆਨ ਰਤਨ ਸਭ ਸੋਝੀ ਹੋਏ। ਅਗਿਆਨਤਾ ਸਭ ਤੋਂ ਵੱਡੀ ਦਿੱਕਤ ਅਗਿਆਨਤਾ ਹੈ। ਜਦੋਂ ਬੱਚਾ ਸੰਸਾਰ 'ਚ ਆਂਦਾ ਹੈ, ਸਾਈਕੋਲੋਜਿਸਟ ਕਹਿੰਦੇ ਆ ਕਿ ਉਹਦੀ ਕੋਗਨੀਟਿਵ ਐਬਿਲਿਟੀ ਜ਼ੀਰੋ ਹੁੰਦੀ ਹੈ, ਉਹਦੀ ਕੌਨਸ਼ੀਅਸਨੈਸ ਜ਼ੀਰੋ ਹੁੰਦੀ, ਤੇ
ਜੋ ਕੁਛ ਉਹਨੂੰ ਮਿਲ ਜਾਂਦਾ ਹੈ ਉਹ ਸਾਰੀ ਉਹਦੇ ਅੰਦਰ ਚਲੀ ਜਾਂਦੀ ਹੈ। ਗਿਆਨ ਮਿਲੇਗਾ ਤਾਂ ਗਿਆਨ ਅੰਦਰ ਜਾਏਗਾ, ਅਗਿਆਨਤਾ ਮਿਲੇਗੀ ਤੇ ਅਗਿਆਨਤਾ ਅੰਦਰ ਜਾਏਗੀ। ਅਗਿਆਨਤਾ ਦੇ ਤਿੰਨ ਰੂਪ ਨੇ, ਤਿੰਨ ਚੀਜ਼ਾਂ ਜਿੱਥੇ ਹੋਣ ਉੱਥੇ ਗਿਆਨ ਨਹੀਂ ਹੋਏਗਾ, ਅਗਿਆਨੀ ਹੋਏਗਾ। ਪਹਿਲਾ ਭਰਮ, ਜਿੱਥੇ ਭਰਮ ਹੈ ਉੱਥੇ ਗਿਆਨ ਨਹੀਂ ਹੈ। ਜਿੱਥੇ ਭੇਦ ਹੈ ਉੱਥੇ ਗਿਆਨ ਨਹੀਂ ਹੈ। ਜਿੱਥੇ ਭੈ ਹੈ ਉੱਥੇ ਗਿਆਨ ਨਹੀਂ ਹੈ। ਜਿੱਥੇ ਇਹ ਤਿੰਨ ਚੀਜ਼ਾਂ ਸੀਗੀਆਂ, ਤੁਸੀਂ ਸਾਰੇ ਜਾਣਦੇ ਹੋ ਕਿ ਹਿੰਦੁਸਤਾਨ ਦੀ ਉਸ ਟਾਈਮ ਹਾਲਤ ਕੀ ਸੀਗੀ। ਇਹ ਤਿੰਨ ਭੂਤਾਂ ਕਰਕੇ, ਭਰਮ, ਭੇਦ ਤੇ ਭੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗਿਆਨ ਦੀ ਰੌਸ਼ਨੀ ਦੇ ਵਿੱਚ ਪੂਰੇ ਸਮਾਜ ਨੂੰ ਇਸ ਤਿੰਨ ਅਵਸਥਾਵਾਂ ਤੋਂ ਬਾਹਰ ਕੱਢਿਆ ਗਿਆ। ਸੰਪੂਰਨ ਗੁਰਬਾਣੀ ਇਹ ਤਿੰਨਾਂ ਭੂਤਾਂ ਨੂੰ ਭਜਾਉਂਦੀ ਹੈ। ਦੁਖਾਂਤ ਇਸ ਗੱਲ ਦਾ ਹੈ ਕਿ ਇਹਨਾਂ ਵਿੱਚੋਂ ਕੁਝ ਚੀਜ਼ਾਂ ਮੁੜ ਕੌਮ ਵਿੱਚ ਪ੍ਰਵੇਸ਼ ਕਰ ਰਹੀਆਂ ਨੇ। ਲੇਕਿਨ ਯਾਦ ਰੱਖੀਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਇੱਕ ਤੋਂ ਸ਼ੁਰੂ ਹੁੰਦੀ ਹੈ, ਜਿਹੜੀ ਸਾਰੇ ਭੇਦ ਭਾਵ ਖਤਮ ਕਰਦੀ ਹੈ। ਜਿੱਥੇ ਭੇਦ ਭਾਵ ਹੈ ਉੱਥੇ ਗੁਰਬਾਣੀ ਨਹੀਂ ਹੈ, ਉੱਥੇ ਸਿਧਾਂਤ ਨਹੀਂ ਹੈ, ਉੱਥੇ ਆਈਡੀਓਲੋਜੀ ਨਹੀਂ ਹੈ। ਭਾਂਤ ਭਾਂਤ ਦੇ ਚੀਜ਼ਾਂ ਅੱਜ ਕੌਮ ਦੇ ਵਿੱਚ ਐਂਟਰ ਕਰ ਗਈਆਂ ਨੇ, ਨਿਰਮਲਤਾ ਨੂੰ ਚੁਣੌਤੀ ਦੇ ਰਹੀਆਂ ਨੇ। ਕਾਰਨ ਇੱਕੋ ਹੈ, ਸਿਧਾਂਤ ਟੁੱਟ ਜਾਣਾ। ਕਿਉਂਕਿ ਸਾਡੇ ਕੋਲ ਜਿਹੜੇ ਸਿੱਖੀ ਸਿਧਾਂਤ ਨੇ ਦੁਨੀਆ ਦੀ ਸਭ ਤੋਂ ਅਨਮੋਲ ਚੀਜ਼ ਨੇ, ਔਰ ਉਹਨਾਂ ਨੂੰ ਜਿਨ੍ਹਾਂ ਕੋਲ ਨਹੀਂ ਹੈ ਖੋਣ ਦੀ ਜ਼ਰੂਰ ਕੋਸ਼ਿਸ਼ ਕਰਨਗੇ। ਸਾਨੂੰ ਸਾਂਭ ਕੇ ਰੱਖਣ ਦੀ ਲੋੜ ਹੈ। ਮਿਸਾਲ ਦੇ ਤੌਰ ਤੇ ਆਪਾਂ ਸਾਰੇ ਜਾਣਦੇ ਕਿ ਸਿੱਖੀ ਸਿਧਾਂਤ ਦੁਨੀਆ ਦੀ ਸੋਚ ਦੀ ਚਰਮ ਸੀਮਾ ਹੈ। ਇਸ ਤੋਂ ਬੈਟਰ ਥਾਟ ਪ੍ਰੋਸੈਸ ਕਿਤੇ ਹੋ ਹੀ ਨਹੀਂ ਸਕਦੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਹੈ। ਕਿਉਂਕਿ ਉਹ ਥਾਟ ਪ੍ਰੋਸੈਸ ਜਿਹੜੀ ਹੈ ਉਹ ਵਾਹਿਗੁਰੂ ਨਾਲ ਜੁੜੀ ਹੈ, ਪਰਮਾਤਮਾ ਨਾਲ ਜੁੜੀ ਹੈ, ਉਹ ਵਿਵੇਕ ਨਾਲ ਜੁੜੀ ਹੈ। ਇਸ ਤੋਂ ਵਧੀਆ ਹੋਰ ਕਿੱਥੇ ਕਿਹਨੇ ਕਿਹਾ ਹੈ? ਅੱਜ ਦੀ ਡੇਟ ਦੇ ਵਿੱਚ ਸਾਰੇ ਸੰਸਾਰ ਨੂੰ ਜਿਸ ਚੀਜ਼ ਦੀ ਲੋੜ ਹੈ ਉਹਨੂੰ ਗੁਰੂ ਸਾਹਿਬ ਨੇ ਕੁਝ ਇਸ ਤਰੀਕੇ ਨਾਲ ਕਿਹਾ ਹੈ ਕਿ ਸਰਬ ਧਰਮ ਮੇਂ श्रेष्ठ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਕਿੰਨੀ ਸੌਖੀ ਗੱਲ ਹੈ, ਕਿੰਨੀ ਕਲੀਅਰ ਗੱਲ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਿਧਾਂਤ ਦੇ ਰੂਪ ਵਿੱਚ ਸਾਨੂੰ ਦਿੱਤੀ ਹੈ। ਜੇ ਸਭ ਤੋਂ ਵਧੀਆ ਧਰਮ, ਤੌਰ ਤਰੀਕਾ ਜਾਂ ਆਪਾਂ ਜੀਵਨ ਯੁਕਤ ਕਹਿ ਲਈਏ, ਕੁਝ ਵੀ ਕਹਿ ਲਈਏ, ਉਹ ਕਿਹੜਾ ਹੈ? ਜਦੋਂ ਅਸੀਂ ਆਪਣੇ ਕ੍ਰੀਏਟਰ ਨੂੰ, ਆਪਣੇ ਬਣਾਉਣ ਵਾਲੇ ਪਰਮਾਤਮਾ ਨੂੰ ਯਾਦ ਰੱਖਦੇ ਹਾਂ। ਤੇ ਦੂਸਰਾ, ਉਹਨੇ ਕਿਸੇ ਕੰਮ ਲਈ ਬਣਾਇਆ ਹੋਗਾ ਸਾਨੂੰ, ਉਹਦੀ ਭੈ ਭਾਵਨੀ ਦੇ ਵਿੱਚ, ਪਰਮਾਤਮਾ ਦੀ ਭੈ ਭਾਵਨੀ ਦੇ ਵਿੱਚ, ਉਹਦੀ ਹਜ਼ੂਰੀ ਦੇ ਵਿੱਚ ਅਸੀਂ ਨਿਰਮਲ ਕੰਮ ਕਰ ਲਈਏ। ਇਹ ਇੰਨੀ ਸੌਖੀ ਗੱਲ ਹੈ ਸਿਧਾਂਤ। ਹਾਂ, ਇਹਦੇ ਤੇ ਪਹਿਰਾ ਦੇਣਾ ਬਹੁਤ ਹੀ ਔਖਾ ਹੈ, ਕਿਉਂਕਿ ਇਹ ਦੁਨੀਆ ਦਾ ਸਭ ਤੋਂ ਵਧੀਆ ਕੰਮ ਹੈ। ਤੇ ਜਦੋਂ ਆਪਾਂ ਸੇਵਾ ਸਿਮਰਨ ਦੀ ਗੱਲ ਕਰਦੇ ਹਾਂ ਤੇ ਬੇਸਿਕਲੀ ਉਹਨੂੰ ਹੀ ਸੌਖੇ ਤਰੀਕੇ 'ਚ ਧਰਮ ਨੂੰ ਹੀ ਕਹਿਣ ਦਾ ਤਰੀਕਾ ਹੈ ਕਿ ਜੀ ਸੇਵਾ ਸਿਮਰਨ। ਤੇ ਇੱਕ ਟਰਾਂਸਫਾਰਮੇਸ਼ਨ ਲੈ ਕੇ ਆਏ ਸੀ ਗੁਰੂ ਨਾਨਕ ਪਾਤਸ਼ਾਹ, ਅਗਿਆਨ ਤੋਂ ਗਿਆਨ ਦੀ, ਭਰਮ ਤੋਂ ਭਰੋਸੇ ਦੀ, ਭੇਦ ਤੋਂ ਏਕਤਾ ਦੀ, ਭੈ ਤੋਂ ਨਿਰਭੈਤਾ ਦੀ। ਪੂਰਾ ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਦਿੰਦੇ हैं ਕਿ ਐਸੀ ਟਰਾਂਸਫਾਰਮੇਸ਼ਨ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ 'ਚ ਸਾਡੇ ਸਾਹਮਣੇ ਕਰਕੇ ਦਿਖਾਈ। ਅੱਜ ਲੋੜ ਹੈ ਫਿਰ ਤੋਂ ਸਾਨੂੰ ਸਭ ਨੂੰ ਮੋਢੇ ਨਾਲ ਮੋਢਾ ਜੋੜ ਕੇ, ਦਿਲ ਨਾਲ ਦਿਲ ਜੋੜ ਕੇ ਇਸ ਕਮਾਲ ਦੀ ਸਾਡੀ ਜਿਹੜੀ ਹੈਰੀਟੇਜ ਹੈ, ਜਿਹੜਾ ਸਾਡਾ ਖਜ਼ਾਨਾ ਹੈ, ਇਹਨੂੰ ਆਪਾਂ ਵਰਤੀਏ ਤੇ ਹੋਰਾਂ ਨਾਲ ਵੀ ਸਾਂਝ ਕਰਨ ਦੀ ਕੋਸ਼ਿਸ਼ ਕਰੀਏ। ਹਮ ਭਗਵੰਤ, ਜਿਹੜੇ ਇਹ ਖਜ਼ਾਨਾ ਸਾਨੂੰ ਮਿਲਿਆ, ਹਮ ਭਾਗਟ ਸੱਚ ਨਾਏ। ਤੇ ਆਇਡੈਂਟੀਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਖਜ਼ਾਨਾ ਹੈ, ਇਹ ਸਾਡੀ ਆਇਡੈਂਟੀਟੀ ਦਾ ਪਹਿਲਾ ਹੈ ਕਿ ਅਸੀਂ ਕਿਹਦੇ ਤੇ ਤੁਰਦੇ ਹਾਂ। ਸਾਡੇ ਮਨ ਦੇ ਵਿੱਚ ਬਾਣੀ ਜਦੋਂ
ਸਿੱਖੀ ਨਾਲ ਜੋੜਿਆ ਜਾਂਦਾ ਹੈ, ਜਾਂ ਜਿਹਨੂੰ ਆਪਾਂ ਆਮ ਨਾਲ ਪਿਆਰ ਨਾਲ ਰਹਿਤ ਦੇ ਪੱਖੋਂ ਕਹਿੰਦੇ ਆ ਵੀ ਗੁਰੂ ਵਾਲੇ ਬੰਦੇ ਆ। ਅੰਮ੍ਰਿਤ ਸੰਸਕਾਰ ਰਾਹੀਂ ਤੇ ਬਾਣੀ ਨਾਲ ਸਾਡੀ ਅੰਦਰੂਨੀ ਸਾਂਝ ਕਰਾਈ ਜਾਂਦੀ ਹੈ। ਦੂਸਰਾ, ਬਾਣਾ ਸਾਡਾ ਬਾਹਰੀ ਆਇਡੈਂਟੀਟੀ ਹੈ। ਤੀਸਰਾ, ਰਹਿਤ ਸਾਡੀ ਪ੍ਰੈਕਟੀਕਲ ਆਇਡੈਂਟੀਟੀ ਹੈ। ਤਿੰਨ ਤਰ੍ਹਾਂ ਦੀ ਆਇਡੈਂਟੀਟੀ ਹੈ ਸਾਡੀ। ਪਹਿਲੀ ਵਿਚਾਰਾਤਮਕ ਮਾਨਸਿਕ ਆਇਡੈਂਟੀਟੀ ਬਾਣੀ ਰਾਹੀਂ, ਕਿਉਂਕਿ ਸਿੱਖ ਉਹ ਹੈ ਜਿਹੜਾ ਬਾਣੀ ਅਨੁਸਾਰ ਜਿੰਦਾ ਹੈ। ਦੂਸਰਾ, ਸਿੱਖ ਦੀ ਪਹਿਚਾਨ ਹੈ, ਇੱਕ ਵੱਖਰੀ ਪਹਿਚਾਨ ਹੈ। ਸਾਬਤ ਸੁਰਤ, ਦਸਤਾਰ, ਪੰਜ ਕਕਾਰ, ਇਹ ਸਿੱਖ ਦੀ ਆਇਡੈਂਟੀਟੀ ਹੈ। ਤੀਸਰਾ, ਸਿੱਖ ਦੀ ਆਇਡੈਂਟੀਟੀ ਉਹਦੇ ਕੰਮ ਕਰਕੇ ਵੀ ਹੈ। ਸਿੱਖ ਕੈਸਾ ਕੰਮ ਕਰੇ ਕਿ ਉਹਦੀ ਆਇਡੈਂਟੀਟੀ ਸਿੱਖ ਵਰਗੀ ਹੋਵੇ, ਕਿਉਂਕਿ ਸੰਸਾਰ ਨੇ ਬਾਣੇ ਤੋਂ ਜ਼ਿਆਦਾ ਰਹਿਤ ਨੂੰ ਦੇਖਣਾ ਹੈ, ਸਾਡੇ ਕੰਮਾਂ ਨੂੰ ਦੇਖਣਾ ਹੈ, ਸਾਡੀ ਬੋਲਚਾਲ ਨੂੰ ਦੇਖਣਾ ਹੈ। ਤੇ ਜਿਹਾ ਜਿਹਾ ਅਸੀਂ ਸੰਸਾਰ 'ਚ ਵਿਚਰਾਂਗੇ ਉਹੀ ਜੀ ਸਾਡੀ ਆਇਡੈਂਟੀਟੀ ਹੋਏਗੀ। ਜੇ ਉਹ ਸਿਧਾਂਤਾਂ ਦੇ ਬੇਸ ਆਇਡੈਂਟੀਟੀ ਹੈ ਤੇ ਜ਼ਾਹਿਰ ਹੈ ਕਿ ਉਹ ਪ੍ਰਚਾਰ ਪ੍ਰਸਾਰ ਔਰ ਅੱਗੇ ਵਧਣ 'ਚ ਕੌਮ ਦੀ, ਸੰਸਥਾ ਦੀ ਮਦਦ ਕਰੇਗੀ। ਗੁਰੂ ਬਖਸ਼ਿਸ਼ करे कि ऐसी बाणी बाणा और रहत साड़ी जिंदगी का अंग बन जाए, जिहड़ा जियो निर्मल, बाहरों निर्मल, बाहरों तो निर्मल, जियो निर्मल। हुण ऐसा करन लई इंस्टीट्यूशन की लोड़ हुंदी है, संस्थावां की लोड़ हुंदी है। गुरु साहब ने अपने जीवन काल च संस्थावां बनाईयां। गुरु साहब जिथे जिथे जाते सीगे, जिथे जिथे गए गुरु साहब, जिथे प्रचार किया, जिथे जीवन बदलिया, ते उथे उन्होंने संगत एस्टैबलिश की। पर मोटे तौर पर अज की डेट दे विच सानू 5 तरह के इंस्टीट्यूशन ते काम करना पवेगा। पहला, इन्हां सिद्धांतां और इन्हां आइडेंटिटी की राखी लई धार्मिक संस्थावां। फिर बेनती कर देवां, धार्मिक संस्था का रोल की है कि जिहड़े सिद्धांत ने, जिहड़े आइडेंटिटी ने, उहदी साम संभाल करनी। दूजी गल, गुरु काल दे विच भी विद्यक उपराले कीते गए, विद्यक संस्थावां की लोड़ है, समाजिक संस्थावां की लोड़ है। अज पंजाब की हालत तो आपां सारे वाकफ हैं कि पंजाब की आर्थिक हालत किहड़ी है। आर्थिक संस्थावां की लोड़ है। ते एक बहुत बड़ा दुखांत भी है कि जिस तरह के परिवार सिख परिवार होने चाहिए ने, वो अज की डेट च नहीं है। उसका एक बड़ा सिंपल जा तरीका है कि शनिवार या ऐतवार दे किसी भी दुनिया के शहर च जिथे पंजाबी बैठे हैं, उन्हों की मैट्रीमोनियल ऐड देख लो। एक पेज पढ़ोगे तो बिल्कुल क्लीयर हो जाएगा कि पंथ कित्थे खड़ा है। फिर बेनती कर देवां, सारी गल परिवार तो शुरू करन दी लोड़ है। और किहड़े परिवार तो? जिहड़े बिल्कुल नौजवान ने, उथों गल शुरू करांगे ते फिर अगे तुरेगा काम। हुण क्योंकि समा हुंदा जा रहा है, मैं बस चंद कु गल्लां आप जी नाल जरूर करनी है। जिवें मैं कहा सीगा कि जिथे आपां खड़े हैं उस टाइम जिस काल च असीं जी रहे हैं, जिहड़ियां पंथ नूं चुनौतियां ने, सारे पंथ दर्दी होने के नाते सानू जिहड़े जिहड़े इंस्टीट्यूशन ने, भावें कोई भी इंस्टीट्यूशन इस टाइम है, भावें वो आर्थिक अदारा है, भावें वो समाजिक अदारा है, भावें वो धार्मिक अदारा है, उत्थे अगे तरक्की करन लई 5 चीज़ां नूं आपस च जोड़ना पएगा। पहला, उस संस्था का मकसद क्लीयर होना चाहिए कि वो संस्था किस लई होंद विच आए। भावें वो कौम की संस्था है, सारियां संस्थावां कौम दियां ही ने, भावें वो अलग अलग जिहड़ी जथेबंदियां ने, वो सारियां कौम दियां संस्थावां ने।
ਆਪਾਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਤਾਂ ਜਿੱਥੇ ਜਿੱਥੇ ਅਸੀਂ ਜੁੜੇ ਹੋਏ ਹਾਂ ਕਿ ਉਸ ਸੰਸਥਾ ਦਾ ਮਕਸਦ ਕਲੀਅਰ ਹੋਵੇ। ਦੂਸਰਾ, ਜਿਸ ਤਰੀਕੇ ਨਾਲ 10 ਪਾਤਸ਼ਾਹੀਆਂ ਨੂੰ ਭਵਿੱਖ ਦੀ ਤਸਵੀਰ ਬਿਲਕੁਲ ਕਲੀਅਰ ਸੀਗੀ ਕਿ ਕਿਹਾ ਜਾਂ ਖਾਲਸਾ ਪੰਥ ਬਣਾਉਣਾ ਹੈ, ਸਾਨੂੰ ਜਿਸ ਵੀ ਜਥੇਬੰਦੀ ਨਾਲ ਅਸੀਂ ਜੁੜੇ ਹੋਏ ਹਾਂ, ਸਾਨੂੰ ਆਪਣੀ ਵਿਜ਼ਨ ਕਲੀਅਰ ਹੋਣੀ ਚਾਹੀਦੀ ਹੈ, ਕਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ, 2 ਸਾਲ ਬਾਅਦ ਕਿੱਥੇ ਹੋਵਾਂਗੇ, 10 ਸਾਲ ਬਾਅਦ ਕਿੱਥੇ ਹੋਵਾਂਗੇ, 20 ਸਾਲ ਬਾਅਦ ਕਿੱਥੇ ਹੋਵਾਂਗੇ। ਤੀਸਰੀ ਗੱਲ, ਬਿਨਾਂ ਰਣਨੀਤੀ ਤੋਂ ਕੋਈ ਕੰਮ ਨਹੀਂ ਹੁੰਦਾ। ਜੇ ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਗਏ ਨੇ ਤੇ ਉਹਨਾਂ ਕੋਲ ਰਣਨੀਤੀ ਸੀ, ਸਟ੍ਰੈਟਜੀ ਸੀ, ਵਿਉਂਤ ਸੀ, ਬਿਨਾਂ ਸੋਚੇ ਸਮਝੇ ਨਹੀਂ ਗਏ ਸੀਗੇ। ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ ਹੈ ਉਹਨਾਂ ਕੋਲ ਜੇਤੂ ਰਣਨੀਤੀ ਸੀ, ਔਰ ਜੇਤੂ ਰਣਨੀਤੀ ਵਾਸਤੇ ਬੜੀ ਸੋਚ ਦੀ ਲੋੜ ਹੁੰਦੀ ਹੈ। ਜਦੋਂ ਤੱਕ ਹੋਸ਼ ਨਾਲ ਰਣਨੀਤੀ ਨਹੀਂ ਬਣੇਗੀ, ਸਾਡੇ ਜੋਸ਼ ਇਸੇ ਤਰੀਕੇ ਨਾਲ ਬਿਨਾਂ ਕਿਸੇ ਟੀਚੇ ਦੀ ਪ੍ਰਾਪਤੀ ਲਈ ਚਲੇ ਜਾਣਗੇ। ਅਗਲੀ ਇੱਕ ਬਹੁਤ ਪਿਆਰੀ ਗੱਲ ਹੈ ਕਿ ਬਿਨਾਂ ਟੀਚੇ ਤੋਂ ਬੰਦਾ ਮੋਟੀਵੇਟ ਨਹੀਂ ਹੁੰਦਾ, ਬਿਨਾਂ ਟੀਚੇ ਤੋਂ ਬੰਦਾ ਅੱਗੇ ਨਹੀਂ ਵਧਦਾ, ਲੇਕਿਨ ਟੀਚੇ ਜਿਹੜੇ ਨੇ ਨਾ ਉਹ ਵਰਥਵਾਈਲ ਜ਼ਰੂਰ ਹੋਣੇ ਚਾਹੀਦੇ ਨੇ, ਜਿਨ੍ਹਾਂ ਦੀ ਕੀਮਤ ਸਾਡੀ ਜੀਵਨ ਤੋਂ ਵੱਧ ਹੋਵੇ। ਜਿਹੜਾ ਟੀਚਾ ਸਾਡੇ ਜੀਵਨ ਤੋਂ ਵੀ ਵੱਧ ਕੀਮਤੀ ਹੈ, ਉਹ ਅਸਲੀ ਗੋਲ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਪ੍ਰਾਣੀ ਤੂੰ ਆਇਆ ਲਾਹਾ ਲੈਣ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਾਡੇ ਮਰਨ ਤੋਂ ਬਾਅਦ ਜਿਹੜੀ ਜ਼ਮੀਨ ਜਾਇਦਾਦ ਬੈਂਕ ਬੈਲੈਂਸ ਹੈ ਉਹ ਸਾਡੀ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਉਹ ਹੈ ਜਿਹੜੀ ਇਹਨਾਂ ਨੂੰ ਛੱਡ ਕੇ ਹੋਵੇ। ਜੇ ਕਿਸੇ ਤਰ੍ਹਾਂ ਅਸੀਂ ਮਿਲ ਜੁਲ ਕੇ ਐਸੀ ਸੰਸਥਾਵਾਂ, ਐਸੇ ਉਪਰਾਲੇ ਕੁਝ ਕਰੀਏ ਤਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਸਮਾਜ ਨੂੰ, ਕੌਮ ਨੂੰ ਉਹਦਾ ਫਾਇਦਾ ਹੋਵੇ, ਤਾਂ ਉਹ ਵਰਥਵਾਈਲ ਗੋਲ ਹੋਏਗਾ। ਭਾਵੇਂ ਉਹ ਐਜੂਕੇਸ਼ਨਲ ਸਿਸਟਮ ਹੋਵੇ, ਭਾਵੇਂ ਉਹ ਇਕਨੋਮਿਕ ਸਿਸਟਮ ਹੋਵੇ, ਭਾਵੇਂ ਉਹ ਧਾਰਮਿਕ ਸਿਸਟਮ ਹੋਵੇ। ਜਿਸ ਤਰ੍ਹਾਂ ਦੇ ਕੋਈ ਉਪਰਾਲੇ ਕਰੀਏ ਕਿ ਸਾਡੇ ਜੀਵਨ ਕਾਲ ਤੋਂ ਬਾਅਦ ਵੀ ਉਹ ਲੈਗੇਸੀ ਬਣ ਕੇ ਉਹ ਤੁਰੇ ਜਾਣ। ਤੇ ਇੱਕ ਗੱਲ ਹੈ ਕਿ ਜਦੋਂ ਤੱਕ ਨਾ ਜੀ ਆ 4 ਚੀਜ਼ਾਂ ਜਿਹੜੀਆਂ ਪਹਿਲਾਂ ਮੈਂ ਕਹੀਆਂ ਨੇ, ਮਕਸਦ, ਭਵਿੱਖ, ਰਣਨੀਤੀ, ਜ਼ਰੂਰੀ ਟੀਚਿਆਂ ਦਾ ਲਗਾਤਾਰ ਰਿਵਿਊ ਨਹੀਂ ਹੁੰਦਾ, ਚੈਕਿੰਗ ਨਹੀਂ ਹੁੰਦੀ। ਜਿਵੇਂ ਆਮ ਤੌਰ ਤੇ ਆਪਾਂ ਕਹਿੰਦੇ ਜੀ ਪੈਸੇ ਅਕਾਊਂਟ ਚੈੱਕ ਕਰ ਲਓ, ਆਪਣਾ ਅਕਾਊਂਟ ਹੈ ਨਾ ਜੀ। ਜਦੋਂ ਤੱਕ ਜਵਾਬਦੇਹੀ ਨਹੀਂ ਹੁੰਦੀ, ਜਦੋਂ ਤੱਕ ਅਸੀਂ ਨਹੀਂ ਚੈੱਕ ਕਰਦੇ ਕਿ ਅਸੀਂ ਕੀ ਕਰ ਰਹੇ ਹਾਂ, ਸੰਸਥਾ ਜਿਹਦੇ ਨਾਲ ਜੁੜੇ ਹੋਏ ਹਾਂ ਉਹ ਕੀ ਕਰ ਰਹੀ ਹੈ, ਕੌਮ ਕੀ ਕਰ ਰਹੀ ਹੈ, ਕੀ ਮਕਸਦ ਵੱਲ ਆਪਾਂ ਜਾ ਰਹੇ ਹਾਂ ਕਿ ਨਹੀਂ, ਕੀ ਸਾਡਾ ਵਿਜ਼ਨ ਤੇ ਕੰਮ ਹੋ ਰਿਹਾ ਹੈ ਕਿ ਨਹੀਂ, ਕੀ ਸਾਡੀ ਰਣਨੀਤੀ ਕਲੀਅਰ ਹੈ ਕਿ ਨਹੀਂ, ਕੀ ਸਾਡੇ ਜਿਹੜੇ ਟੀਚੇ ਨੇ ਉਹ ਵਾਕਈ ਵਰਥਵਾਈਲ ਨੇ। ਜਿਵੇਂ 2-2, 4-4 ਕਰੋੜ ਦੇ ਗੁਰਦੁਆਰੇ ਬਣਾਉਣਾ ਤਾਂ ਬੜਾ ਸੌਖਾ ਕੰਮ ਹੈ, ਲੇਕਿਨ ਸ਼ਾਇਦ ਉੱਥੇ 2 ਪ੍ਰਾਣੀ ਵੀ ਆ ਕੇ ਬਦਲਦੇ ਨਹੀਂ ਹੈ, ਕਿਉਂਕਿ ਜਿਹੜੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ, ਉਹ ਬਿਲਡਿੰਗ ਬਣ ਜਾਂਦੀ ਹੈ, ਲੇਕਿਨ ਇਨਸਾਨ ਨਹੀਂ ਬਣਦਾ ਜਿੱਥੇ ਕੰਮ ਕਰਨ ਦੀ ਲੋੜ ਹੈ। ਮੈਨੂੰ ਇੰਜ ਜਾਪਦਾ ਹੈ ਕਿ ਸਿੱਖੀ ਦਾ ਸੁਨਹਿਰਾ ਭਵਿੱਖ ਤਾਂ ਹੀ ਹੋਵੇਗਾ ਜੇਕਰ ਅਸੀਂ ਸਾਰੇ ਮਿਲ ਕੇ ਆ 4 ਚੀਜ਼ਾਂ ਲਈ ਉਪਰਾਲੇ ਕਰੀਏ, ਸੰਸਥਾ ਦੇ ਰੂਪ ਦੇ ਵਿੱਚ, ਕੌਮ ਦੇ ਰੂਪ ਦੇ ਵਿੱਚ, ਔਰ ਵਿਅਕਤੀਗਤ ਰੂਪ ਦੇ ਵਿੱਚ। ਪਹਿਲੀ, ਇੱਕ ਗ੍ਰੰਥ ਦੀ ਗੱਲ ਕਰੀਏ ਔਰ ਇੱਕ ਗ੍ਰੰਥ ਨੂੰ ਮੰਨੀਏ, ਹੈ ਨਾ। ਪਹਿਲੀ ਗੱਲ, ਜਿਹੜੀ ਵੀ ਗੱਲ ਹੋਵੇ ਆਪਾਂ ਬਾਕੀ ਸਭ ਭੁੱਲ ਜਾਈਏ ਕੌਣ ਕੀ ਕਹਿੰਦਾ ਹੈ। ਸਾਨੂੰ ਸਾਰਿਆਂ ਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਦੀ ਲੋੜ ਹੈ, ਕਿਉਂਕਿ ਸਾਨੂੰ 10ਵੇਂ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਲੜ ਲਾਇਆ, ਤੇ ਉਹ ਜਿਹੜਾ ਖਜ਼ਾਨਾ ਸਾਡੇ ਕੋਲ ਹੈ ਪਿਓ ਦਾਦੇ ਦਾ, ਉਹਨੂੰ ਸਮਝ ਕੇ ਅਪਣਾ ਕੇ ਉਹਦੇ ਪਿੱਛੇ ਲੱਗ ਜਾਈਏ। ਹਰ ਇਨਸਾਨ ਕੋਈ ਨਾ ਕੋਈ ਗਲਤੀ ਕਰ ਸਕਦਾ ਹੈ,
लेकिन गलती नहीं करता, ज्ञान कदे गलती नहीं करता, ते असी पिछे किते तुरना है? गुरु ग्रंथ साहब दे। दूसरा, भावें किसी भी रूप दे विच असी सिख रहत मर्यादा नूं मनदे हैं या नहीं मनदे, लेकिन जब तक पंथ ਉਹਦੇ ਚ कोई बदलाव नहीं करता तद तक ਉਹਨੂੰ इन बिन असी मन्नी। तीसरा, इसे तरीके नाल शख्सी ते पंथक रहनी नूं इकट्ठा करते हुए साडी सारियां दी कल्ले कल्ले दी भी जिम्मेदारी है कि पंथ जिथे खड़ा है ਉਹਨੂੰ ਉੱਥੇ ਅੱਗੇ ले जाण वास्ते असी की कर सकते हैं। ते आखिरी गल है, तुसी मेरे लिए अरदास करो तो मैं आप जी नाल अरदास करदा हां कि जिहड़ा साडा जीवन दा मनोरथ है, सचियार जीवन जीण दा मनोरथ गुरु पातशाह बख्शिश करन, साडा सारियां दा जीवन सचियार जीवन हो सके। क्योंकि गल पहली पौड़ी तो सचियार जीवन नूं लेके ही शुरू हुंदी है। सच्चों उरे सबको ऊपर सच आचार रहमत करे, वाहिगुरू जी बख्शिश करन। ते साडे दीर्घकालीन जिहड़े इनिशिएटिव ने, उपराले ने, कौम दे, साडे पंथ दे, इन्हां चारां चीज़ां नूं समर्पित हो जाण। ते कोई गल नहीं कि जिहड़ा कुछ सानूं चाहीदा हैगा उत्थे तक क्यों ना अपड़ीए। भुलां चुकां दी खिमा। वाहिगुरू जी का खालसा, वाहिगुरू जी की फतेह।